ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅੱਜ ਕੇਂਦਰ ਸਰਕਾਰ ਦੀ ਵਿੱਤ ਮੰਤਰੀ ਡਾਕਟਰ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਦੇ ਦੌਰਾਨ ਜਾਂ ਬਜਟ ਤੋਂ ਪਹਿਲਾਂ ਜਾਂ ਪਿੱਛੋਂ ਜਿਸ ਤਰ੍ਹਾਂ ਦੀ ਵੀ ਜੋ ਵੀ ਸਰਕਾਰ ਦਾ ਜਿਸ ਤਰ੍ਹਾਂ ਦਾ ਕਿ ਵਤੀਰਾ ਚੱਲ ਰਿਹਾ ਹੈ, ਉਸਨੇ ਬਹੁਤਾ ਹੋਰ ਧਿਰਾਂ ਨੂੰ ਕੋਈ ਸਪੇਸ ਬਹੁਤੀ ਨਹੀਂ ਛੱਡੀ ਇਹਦੇ ਤੇ ਗੱਲਬਾਤ ਕਰਨ ਦੀ। ਟਾਈਮ ਘਟਾ ਦਿੱਤਾ ਜੋ ਇਹਦੇ ਤੇ ਡਿਸਕਸ਼ਨ ਹੋਣੀ ਸੀ, ਅਤੇ ਇਸ ਤੋਂ ਜੋ ਲੋਕਾਂ ਨੂੰ ਆਸਾਂ ਸੀ ਕੀ ਉਹ ਆਸਾਂ ਪੂਰੀਆਂ ਹੋਈਆਂ ਨੇ ਜਾਂ ਇਸ ਬਜਟ ਦੀਆਂ ਵੱਖ-ਵੱਖ ਮਦਾਂ ਦੇ ਕੀ ਅਰਥ ਨੇ। ਆਪਾਂ ਗੱਲਬਾਤ ਕਰਦੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਰਹੇ ਡਾਕਟਰ ਬਲਵਿੰਦਰ ਸਿੰਘ ਟਿਵਾਣਾ ਹੋਰਾਂ ਨਾਲ। ਡਾਕਟਰ ਬਲਵਿੰਦਰ ਟਿਵਾਣਾ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਟਿਵਾਣਾ ਜੀ, ਜਿਸ ਤਰ੍ਹਾਂ ਦਾ ਅੱਜ ਬਜਟ ਵਿੱਚ ਜਿਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਮਿਡਲ ਕਲਾਸ, ਜਿਹੜੀ ਹੇਠਲੀ ਮਿਡਲ ਕਲਾਸ ਹੈ, ਆਮ ਲੋਕ ਨੇ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਜਾਪ ਰਿਹਾ ਕਿ ਉਹ ਬਹੁਤੀਆਂ ਚੀਜ਼ਾਂ ਤੋਂ ਵਾਂਝੇ ਰਹਿ ਗਏ। ਹਾਲਾਂਕਿ ਕੁਝ ਧਿਰਾਂ ਵੱਲੋਂ ਇਸ ਨੂੰ ਬਹੁਤ ਚੰਗਾ ਬਜਟ ਕਿਹਾ ਜਾ ਰਿਹਾ, ਜਾਂ ਫਿੱਕੀ ਵੱਲੋਂ ਤਾਂ ਇਹਦੀ ਪ੍ਰਸ਼ੰਸਾ ਕੀਤੀ ਹੀ ਜਾਣੀ ਹੈ। ਇਹਦੇ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ, LIC ਜਾਂ ਕੁਝ ਬੈਂਕਾਂ ਦਾ, ਅਤੇ ਜਿਹੜੀਆਂ ਸਾਡੇ ਸਰਕਾਰੀ ਸੰਪਤੀਆਂ ਸੀ, ਅਸਾਸੇ ਸੀ, ਉਹਨਾਂ ਤੇ ਸਰਕਾਰ ਦੀ ਅੱਖ ਤਾਂ ਹੈ ਹੀ ਸੀ, ਤੇ ਹੁਣ ਉਹ ਅਮਲ ਹੋਰ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਕਈ ਕੁਝ ਇਹਦੇ ਵਿੱਚ ਸਾਹਮਣੇ ਆ ਰਿਹਾ। ਤੁਹਾਡੇ ਮੁਤਾਬਕ ਇਸ ਬਜਟ ਦੇ ਕੀ ਮਾਇਨੇ ਨੇ, ਇਹਦੀਆਂ ਵੱਖ-ਵੱਖ ਮਦਾਂ ਦੇ ਕੀ ਮਾਇਨੇ ਨੇ? ਦੇਖੋ, ਪਹਿਲਾਂ ਜਿਹੜੀ ਇਸ ਬਜਟ ਦੀ ਗੱਲ ਹੈ ਉਹਦੇ ਵਿੱਚ ਪਹਿਲੀ ਹੀ 1,75,000 ਕਰੋੜ ਦੀ ਡਿਸਇਨਵੈਸਟਮੈਂਟ ਦੀ ਪ੍ਰਪੋਜ਼ਲ ਹੈ, ਜਿਹਦੀ ਲਿਸਟ ਨੀਤੀ ਯੋਗ ਦੇਗਾ ਕਿ ਕਿਹੜੇ ਕੰਪਨੀ ਤੋਂ ਡਿਸਇਨਵੈਸਟਮੈਂਟ ਕਰਨੀ ਹੈ। ਸੋ ਇਸ ਲਈ 1,75,000 ਕਰੋੜ ਰੁਪਇਆ ਡਿਸਇਨਵੈਸਟਮੈਂਟ ਕਰਕੇ ਸਰਕਾਰ ਲਏਗੀ। ਤੇ ਉਹਦੇ ਚੋਂ ਦੂਜੀ ਜਿਹੜੀ ਗੱਲ ਹੈ ਕਿ ਪਬਲਿਕ ਸੈਕਟਰ ਦੇ 2 ਬੈਂਕ ਤੇ ਇੱਕ ਇੰਸ਼ੋਰੈਂਸ ਕੰਪਨੀ, ਇਹਦਾ ਵੀ ਪ੍ਰੋਸੈਸ ਕਰਿਆ ਜਾਊਗਾ, ਉਹਨੂੰ ਵੀ ਡਿਸਇਨਵੈਸਟਮੈਂਟ ਉੱਥੇ ਕੀਤੀ ਜਾਊਗੀ। ਤੇ ਇਹਦੇ ਚੋਂ ਬਹੁਤ ਵੱਡੀ ਜਿਹੜੀ ਗੱਲ ਹੈ, ਬਹੁਤ ਦੇਰ ਦਾ ਰੌਲਾ ਪੈ ਰਿਹਾ LIC ਦਾ। ਉੱਥੇ ਇਨੀਸ਼ੀਅਲ ਜਿਹੜੀ ਪਬਲਿਕ ਆਫਰਿੰਗ ਹੈ, ਜਿਹਨੂੰ IPO ਕਹਿੰਦੇ ਆ, ਉਹਦੀ ਪਾਸ ਕਰਤਾ ਵੀ ਉਹ ਹੋਊਗੀ ਇਸ ਸਾਲ। ਇਹਦਾ ਮਤਲਬ ਕਿ LIC ਜਿਹਦੇ ਚ ਕਰੋੜਾਂ ਬੰਦਿਆਂ ਦਾ ਜਿਹੜਾ ਕਲੇਮ ਹੈ, ਉਹਦੇ ਤੇ ਵਿਸ਼ਵਾਸ ਹੈ, ਬਹੁਤ ਪੁਰਾਣੀ ਕੰਪਨੀ ਹੈ, ਬਹੁਤ ਵੱਡੀ ਕ੍ਰੈਡਿਟ ਆ ਉਹਦਾ, ਬਹੁਤ ਵੱਡੀ ਸਟੈਂਡਿੰਗ ਹੈ, ਉਹਦੇ ਚ ਵੀ ਡਿਸਇਨਵੈਸਟਮੈਂਟ ਕਰਕੇ ਉਹਨੂੰ ਮਤਲਬ ਪ੍ਰਾਈਵੇਟ ਕਰਨ ਦਾ ਪ੍ਰੋਸੈਸ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਤੇ ਇਸੇ ਤਰ੍ਹਾਂ ਹੀ FDI ਜਿਹੜੀ ਹੈ ਉਹਨੂੰ ਰਿਲੈਕਸ ਕਰਤਾ। ਇਨਫਰਾਸਟਰਕਚਰ ਦੇ ਵਿੱਚ ਬਾਹਰਲੀਆਂ ਕੰਪਨੀਆਂ ਨੂੰ ਰਿਲੈਕਸੇਸ਼ਨ ਦੇ ਦਿੱਤੀਆਂ ਕਿ FDI ਨਾਲ ਇਨਫਰਾਸਟਰਕਚਰ ਸੈਕਟਰ ਦੇ ਵਿੱਚ ਤੁਸੀਂ ਆ ਜਾਓ। ਸੋ ਇੱਕ ਕਿਸਮ ਨਾਲ ਜਿਹੜੀ ਪਹਿਲਾਂ ਚੱਲਿਆ ਪ੍ਰੋਸੈਸ ਆ ਉਹਨੂੰ ਹੋਰ ਸਟਰੋਂਗ ਕਰਕੇ ਨਿੱਜੀਕਰਨ ਦਾ ਇਹ ਪ੍ਰੋਸੈਸ ਹੈ, ਜਿਹਦੇ ਚ ਖੁੱਲੀ ਮੰਡੀ ਦੇ ਹਿਸਾਬ ਕਿਤਾਬ ਹੈਗਾ। ਇਹਦੇ ਤੋਂ ਜਿਹੜੀ ਰੁਜ਼ਗਾਰ ਦੀ ਗੱਲ ਹੈ, ਜਿਹੜਾ ਕਿ ਸਰਕਾਰ ਦਾ ਪਹਿਲਾਂ ਟਾਰਗੇਟ ਸੀਗਾ 2 ਕਰੋੜ ਨੌਕਰੀਆਂ 1 ਸਾਲ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਮੰਗ ਦੀ ਕਮੀ ਹੈ ਜਿਹੜੀ ਮੰਡੀ ਹੈ ਉਹਦੇ ਵਿੱਚ, ਕਿਉਂਕਿ ਸਾਡਾ ਗਰੋਥ ਰੇਟ ਥੱਲੇ ਗਿਆ, ਹੁਣ 7% ਰਹਿਣ ਦਾ ਅਨੁਮਾਨ ਹੈ। ਉਹਦੇ ਨਾਲ ਨੌਕਰੀਆਂ ਕਰੋੜਾਂ ਚ ਖੁੱਸੀਆਂ ਨੇ, ਲੇਕਿਨ ਇਸ ਬਜਟ ਦੇ ਵਿੱਚ ਨੌਕਰੀ ਪੈਦਾ ਕਰਨ ਲਈ ਕੁਝ ਨਹੀਂ ਦਿਖ ਰਿਹਾ। ਕੋਈ ਜ਼ਿਕਰ ਨਹੀਂ ਕੀਤਾ ਗਿਆ ਬਹੁਤਾ ਵਿਸ਼ੇਸ਼ ਤੌਰ ਤੇ। ਉਹਦੇ ਜਿਹੜਾ ਮੈਂ ਕਹਿਣਾ ਚਾਹੁੰਦਾ ਜੀ, ਉਹ ਚ ਵੱਡਾ ਸੈਕਟਰ ਜਿਹੜਾ MSMEs ਦਾ, ਕਿ ਜਿਹੜੀਆਂ ਮਾਈਕਰੋ, ਸਮਾਲ ਤੇ ਮੀਡੀਅਮ ਇੰਡਸਟਰੀਜ਼ ਨੇ, ਛੋਟੀਆਂ ਜਿਹੜੀਆਂ ਦੀ ਗਿਣਤੀ 6 ਕਰੋੜ 25 ਲੱਖ ਤੋਂ ਉੱਤੇ ਹੈ, ਜਿਹੜਾ ਬਹੁਤ ਵੱਡਾ ਸਾਧਨ ਹੈ ਕਰੋੜਾਂ ਬੰਦਿਆਂ ਨੂੰ ਰੁਜ਼ਗਾਰ ਦੇਣ ਦਾ। ਉਹਦੇ ਚੋਂ ਲੱਖਾਂ ਹੀ ਜਿਹੜੀਆਂ ਉਹ ਬੰਦ ਹੋ ਗਿਆ ਇਹ ਲਾਕਡਾਊਨ ਦੇ ਦੌਰਾਨ। ਉਹਦੇ ਲਈ ਸਿਰਫ 15,700 ਕਰੋੜ ਰੁਪਏ ਰੱਖੇ ਗਏ, ਜਿਹਦੇ ਨਾਲ ਉਹਨਾਂ ਦਾ ਕੁਝ ਵੀ ਨਹੀਂ ਬਣਦਾ। 6 ਕਰੋੜ 25 ਲੱਖ ਨੇ, ਉਹਦੇ ਲਈ 15,700 ਕਰੋੜ ਰੁਪਈਆ, ਜਿਹਨੇ ਜੇ ਉਹ ਆਪਣੇ ਪਹਿਲੇ ਸਿਚੁਏਸ਼ਨ ਚ ਨਹੀਂ ਆਉਂਦੀ, ਤੁਸੀਂ ਉਹਨਾਂ ਨੂੰ ਉਸ ਸਿਚੁਏਸ਼ਨ ਚ ਬਹਾਲ ਨਹੀਂ ਕਰਦੇ, ਤੁਸੀਂ ਰੁਜ਼ਗਾਰ ਪੈਦਾ ਨਹੀਂ ਕਰ ਸਕਦੇ। ਇਸ ਲਈ ਇਹਦੇ ਚ ਰੁਜ਼ਗਾਰ ਬਾਰੇ ਬੜਾ ਕੁਛ ਨਹੀਂ ਨਿਕਲਦਾ ਜਿਹੜੀ ਅਸੀਂ ਗੱਲ ਕਰਦੇ ਹਾਂ। ਦੂਜਾ ਇਹਦੇ ਚ ਜਿਹੜੀ ਇਨਵੈਸਟਮੈਂਟ ਹੈ ਨਾ ਜੀ, ਦੇਖੋ ਉਹ ਕੇਰਲਾ, ਤਾਮਿਲਨਾਡੂ, ਵੈਸਟ ਬੰਗਾਲ, ਅਸਾਮ, ਇਹਦੇ ਲਈ ਇਨਵੈਸਟਮੈਂਟ ਰੱਖੀ ਗਈ ਇਸ ਬਜਟ ਦੇ ਵਿੱਚ। ਇਹ ਸਾਰੀਆਂ ਸਟੇਟਸ ਦੇ ਵਿੱਚ ਇਲੈਕਸ਼ਨਾਂ ਹੋਣੀਆਂ, ਇਲੈਕਸ਼ਨਾਂ ਦੇ ਮੱਦੇ ਨਜ਼ਰ ਹਾਈਵੇ ਲਈ ਪੈਸੇ ਰੱਖੇ ਗਏ ਇਹਦੇ ਚ। ਹਾਂਜੀ, ਉਹ ਵੀ ਲੱਖਾਂ ਕਰੋੜਾਂ ਦਾ ਬਜਟ ਹੈਗਾ, ਜਿਹਦੇ ਕਰਕੇ
3500 किलोमीटर की कॉरीडोर तमिलनाडु की है, 1100 किलोमीटर की केरला च है, जी 675 किलोमीटर वेस्ट बंगाल च है। ये सारा कुल मिला के कोई मतलब जिहड़ा 150 पौने 200 करोड़ रुपया ये सारा इलैक्शन ओरीएंटेड है। बाकी ਜਿਹੜੇ जी सूबे है बाकी ਜਿਹੜੀ ਉਹ ਹੈ ਉਹਨਾਂ ਲਈ ਵੀ ਰੱਖਿਆ ਜਾਣਾ ਚਾਹੀਦਾ। ਮੈਂ ਇਹ ਚੰਗੀ ਗੱਲ ਹੈ ਇਲੈਕਸ਼ਨਾਂ ਦੇ ਮੱਦੇ ਨਜ਼ਰ ਹੀ ਜੇ ਹਾਈਵੇ ਬਣਦੇ ਆ ਤੇ ਟੋਲ ਵਾਲੇ ਨਾ ਬਣਨ, ਸਰਕਾਰ ਖੁਦ ਬਣਾਵੇ ਜਿਹੜੀ ਅੱਜ ਕੱਲ੍ਹ ਚੱਲਣ ਹੈ ਉਹਦੇ ਲਈ ਚੰਗੀ ਗੱਲ ਹੈ ਕਿ ਸਰਕਾਰ ਆਪਣੇ ਪੈਸੇ ਕਰਕੇ ਹਾਈਵੇ ਬਣਾਵੇ। ਪਰ ਲੇਕਿਨ ਬਾਕੀ ਸਟੇਟ ਇਲੈਕਸ਼ਨਾਂ ਨਾਲ ਨਹੀਂ ਬੰਨਿਆ ਜਾਣਾ ਚਾਹੀਦਾ ਇਹਨੂੰ। ਇਹ ਬਜਟ ਜਦੋਂ ਪੇਸ਼ ਹੁੰਦਾ ਤਾਂ ਸਾਰੇ ਕੰਟਰੀ ਲਈ ਹੁੰਦਾ, ਉਸ ਦੇ ਹਿਸਾਬ ਕਿਤਾਬ 'ਚ ਹੋਣਾ ਚਾਹੀਦਾ। ਜਿਸ ਤਰ੍ਹਾਂ ਸਰਕਾਰ ਨੇ ਜਿਹੜੇ ਸਰਕਾਰੀ ਅਸਾਸੇ ਨੇ ਉਹਨਾਂ ਦੇ ਪ੍ਰਾਈਵੇਟਾਈਜੇਸ਼ਨ ਦਾ ਕਰਨ ਲਈ ਵੀ ਤੇਜ਼ੀ ਫੜ ਲਈ ਹੈ। ਇਸ ਬਜਟ ਤੋਂ ਤਾਂ ਇਹੀ ਘੱਟੋ ਘੱਟ ਸਾਹਮਣੇ ਆਉਂਦਾ ਹੈ। LIC ਤੋਂ ਇਲਾਵਾ ਹੋਰ ਮੋਨੇਟਾਈਜੇਸ਼ਨ ਦੇ ਪੈਸਾ ਜਟਾਉਣ ਦੇ ਹੋਰ ਜਿਹੜੇ ਢੰਗ ਤਰੀਕੇ ਨੇ, ਜਿਹੜੇ ਹਾਈਵੇਜ਼ ਨੇ, ਜਿਹੜੇ ਜਾਂ ਇੰਫਰਾਸਟ੍ਰਕਚਰ ਜਿਹੜੀਆਂ ਸਾਡੀਆਂ ਹੋਰ ਅਦਾਰੇ ਨੇ ਉਹਨਾਂ ਨੂੰ ਦੇਣ ਲਈ ਵੀ ਇਹਦੇ ਵਿੱਚ ਗੱਲ ਕੀਤੀ ਗਈ ਹੈ ਬਜਟ ਵਿੱਚ। ਦੇਖੋ ਉਹਦੇ 'ਚ ਜੇ ਆਪਾਂ ਆਈਏ ਨਾ ਜੀ ਉਹਦੀ ਜਿਹੜੀ ਐਗਰੀਕਲਚਰ ਦੀ ਜੇ ਮੈਂ ਗੱਲ ਕਰਾਂ ਜਿਹਦੇ ਤੇ ਅੱਜ ਕੱਲ੍ਹ ਮੁੱਦਾ ਚੱਲ ਰਿਹਾ, ਜਿਹੜੀ ਐਗਰੀਕਲਚਰ ਦੇ ਵਿੱਚ ਇੱਕ ਸੈਸ ਉਹ ਡੀਜ਼ਲ ਤੇ ਪੈਟਰੋਲ ਦੇ ਉੱਤੇ ਲਾਤਾ। 2.5 ਰੁਪਏ ਪਰ ਲੀਟਰ ਡੀਜ਼ਲ ਤੇ ਲਾਤਾ, 4 ਰੁਪਏ ਪਰ ਲੀਟਰ ਲਾਤਾ। ਇਹ ਲੋਕਾਂ ਤੇ ਵੀ ਬੋਝ ਹੈ, ਕਿਸਾਨਾਂ ਤੇ ਬੋਝ ਹੈ ਕਿ ਜਿਹੜੀ ਡੀਜ਼ਲ ਹੈ ਬਹੁਤ ਵੱਡੀ ਕਾਸਟ ਹੈ, ਜਿਹੜੀ ਪੈਡੀ ਦੀ ਕਲਟੀਵੇਸ਼ਨ ਹੈ ਜਾਂ ਅਦਰਵਾਈਜ਼ ਹੈ ਉਹ ਆਲਰੇਡੀ ਬਹੁਤ ਜ਼ਿਆਦਾ ਹਾਈ ਰੇਟ ਹੈ ਡੀਜ਼ਲ ਦਾ, ਤੇ ਪੈਟਰੋਲ ਤਾਂ 100 ਰੁਪਏ ਕ੍ਰਾਸ ਕਰਨ ਨੂੰ ਹੀ ਤਿਆਰ ਹੈ। ਤੇ ਤੁਸੀਂ ਮਤਲਬ ਇੰਨਾ ਵੱਡਾ ਇੱਕ ਸਿੱਧਾ ਪਰਸੈਂਟੇਜ ਵੀ ਨਹੀਂ, ਸਿੱਧਾ ਸੈਸ ਹੈ ਐਗਰੀਕਲਚਰ ਦੇ ਨਾਂ ਤੇ ਤੁਸੀਂ ਉਹਨੂੰ ਲਾਇਆ। ਫਿਰ ਐਗਰੀਕਲਚਰ ਇਨਫਰਾਸਟਰਕਚਰ ਸਰਕਾਰ ਦਾ ਜੇ ਤੁਹਾਨੂੰ ਲਾਸਟ ਈਅਰ ਦਾ ਪਤਾ ਹੋਵੇ ਤਾਂ ਇਹ ਕਿਹਾ ਗਿਆ ਕਿ 100 ਲੱਖ ਕਰੋੜ ਐਗਰੀਕਲਚਰ ਇਨਫਰਾਸਟਰਕਚਰ ਦੇ ਵਿੱਚ ਖਰਚ ਕਰਨਾ। ਲੇਕਿਨ ਉਹਦਾ ਸੋਰਸ ਕੀ ਹੋਊਗਾ? ਹੁਣ ਉਹ ਪਤਾ ਲੱਗ ਰਿਹਾ ਸੋਰਸ ਕੀ ਹੋਊਗਾ ਵੀ ਚਣੇ ਦੇ ਉੱਤੇ 30% ਸੈਸ ਲਾਦਾ, ਐਗਰੀਕਲਚਰ ਇਨਫਰਾਸਟਰਕਚਰ ਸੈਸ ਲਾਦਾ, 10% ਮਟਰਾਂ ਤੇ ਲਾਦਾ ਹੈ ਜੀ, ਕਾਟਨ ਤੇ ਲਾਤਾ 5%, ਉਹ ਥੋੜਾ ਜਿਹਾ ਗੋਲਡ ਸਿਲਵਰ ਤੇ ਵੀ ਲੱਗਿਆ 2.5% ਤੇ ਜਿਹੜਾ ਉਹ ਸੇਬਾਂ ਤੇ ਲਾਤਾ, ਉਹ ਖਾਦਾਂ ਤੇ ਵੀ ਲਾਤਾ। ਮਤਲਬ ਉਹਦਾ ਹੈਗਾ ਵੀ ਜਿਹੜਾ 100 ਲੱਖ ਕਰੋੜ ਰੁਪਏ ਤੁਸੀਂ ਉਹਦੇ 'ਚ ਹੁਣ ਦਿਖਾਓਗੇ ਵੀ ਅਸੀਂ ਇਹ ਐਗਰੀਕਲਚਰ ਇਨਫਰਾਸਟਰਕਚਰ ਡਿਵੈਲਪ ਕਰ ਰਹੇ ਹੈ ਉਹਨੂੰ ਕਰਨ ਦਾ, ਉਹਦੇ ਵਿੱਚ ਜਿਹੜਾ ਇਹ ਲਾਉਣਾ ਇਹ ਆਮ ਬੰਦੇ ਲਈ ਮਹਿੰਗਾ ਹੋਊਗਾ ਕਿਉਂਕਿ ਤੁਸੀਂ ਜਿਹੜਾ ਸੈਸ ਲਾਇਆ ਉਹ ਦੇਣਾ ਤਾਂ ਕੰਜ਼ਿਊਮਰ ਨੇ, ਉਹ ਕੰਜ਼ਿਊਮਰ ਨੂੰ ਦੇਣਾ ਪਊਗਾ, ਗਰੀਬ ਲੋਕਾਂ ਨੂੰ ਦੇਣਾ ਪਊਗਾ ਜਿਹੜਾ ਤੁਸੀਂ ਦਾਲਾਂ ਤੇ ਲਾ ਰਹੇ ਹੋ, ਜਿਹੜਾ ਤੁਸੀਂ ਖੇਤ ਤੇ ਲਾ ਰਹੇ ਹੋ। ਹਾਂ, ਮੈਂ ਵਿੱਚੋਂ ਟੋਕ ਰਹੀ ਹਾਂ ਜਿਹੜਾ ਇਹ ਇਨਫਰਾਸਟਰਕਚਰ ਐਗਰੀਕਲਚਰਲ ਇਨਫਰਾਸਟਰਕਚਰ ਉਹ ਕਹਿੰਦੇ ਨੇ ਇੰਨੇ ਕਰੋੜਾਂ ਖਰਚ ਕੇ ਉਹਨਾਂ ਨੇ ਖੜਾ ਕਰਨਾ ਆ, ਇਹ ਕਿਸ ਕਿਸਮ ਦਾ ਇਨਫਰਾਸਟਰਕਚਰ ਹੋਏਗਾ? ਇਹਦਾ ਅਸਲ ਲਾਭ ਕਿਹਨੂੰ ਪਹੁੰਚੂਗਾ? ਤੇ ਐਗਰੀਕਲਚਰ ਦੇ ਨਾਂ ਤੇ ਕਿਸਾਨਾਂ ਨੂੰ ਤੇ ਜਿਹੜੇ ਕਿਸਾਨੀ ਕਿੱਤੇ ਨਾਲ ਜੁੜੇ ਹੋਏ ਹੋਰ ਲੋਕ ਨੇ ਜਾਂ ਪੇਂਡੂ ਜਿਹੜਾ ਪੂਰਾ ਪੇਂਡੂ ਸਮਾਜ ਹੈ ਉਹਨਾਂ ਨੂੰ ਇਹਨਾਂ ਦਾ ਕੀ ਫਾਇਦਾ ਹੋਣਾ? ਇਹਦਾ ਥੋੜਾ ਜਿਹਾ ਸਿੱਧੇ ਸਾਦੇ ਸ਼ਬਦਾਂ ਵਿੱਚ ਖੁਲਾਸਾ ਜ਼ਰੂਰ ਕਰੋ ਜੋ ਕਿ ਲੇਮੈਨ ਨੂੰ ਸਮਝ ਆ ਸਕੇ। ਦੇਖੋ ਇੱਕ ਗੱਲ ਹੈਗੀ ਹੈ ਕਿ ਜਿਹੜੀ ਐਗਰੀਕਲਚਰ ਇਨਫਰਾਸਟਰਕਚਰ ਹੈ ਉਹਦੇ 'ਚ ਇਰੀਗੇਸ਼ਨ ਹੋ ਸਕਦੀ ਹੈ, ਉਹਦੇ 'ਚ ਰੋਡ ਕਨੈਕਟੀਵਿਟੀ ਹੋ ਸਕਦੀ ਹੈ, ਉਹਦੇ 'ਚ ਮੰਡੀਆਂ ਦਾ ਇਨਫਰਾਸਟਰਕਚਰ ਹੋ ਸਕਦਾ, ਉਹਦੇ 'ਚ ਇੰਟਰਨੈਟ ਸੇਵਾਵਾਂ ਤੇ ਇਨਫੋਰਮੇਸ਼ਨ ਪ੍ਰੋਵੀਜ਼ਨ ਦੀ ਗੱਲ ਹੋ ਸਕਦੀ ਹੈ। ਜਿਹੜਾ ਅਸੀਂ ਵਿਲੇਜ ਲੈਵਲ ਤੇ ਕਹਿੰਦੇ ਆ ਕਿ ਉੱਥੇ ਜਿਹੜੀ ਨੌਲੇਜ ਸੈਕਟਰ ਹੋਣ ਜਿਹੜੇ ਵਿਲੇਜ ਦੇ ਵਿੱਚ, ਇਹ ਕਾਫੀ ਕੁਛ ਹੈਗਾ ਜਿਹੜਾ ਤੁਸੀਂ ਕਰ ਸਕਦੇ ਹੋ। ਟਰਾਂਸਪੋਰਟੇਸ਼ਨ ਤੇ ਹੋ ਸਕਦੀ ਹੈ। ਲੇਕਿਨ ਇੱਕ ਪਾਸੇ ਤੁਸੀਂ ਇਹ ਐਕਟ ਪਾਸ ਕਰਿਆ ਕਿ ਜਿਹੜੀਆਂ ਮਾਰਕੀਟ ਦੇ ਵਿੱਚ ਆਲਰੇਡੀ ਜਿਵੇਂ ਪੰਜਾਬ ਦੇ ਵਿੱਚ 3600 ਕਰੋੜ ਦੀ ਆਮਦਨੀ ਸੀਗੀ ਐਗਰੀਕਲਚਰ ਮਾਰਕੀਟਿੰਗ ਦੇ ਵਿੱਚ ਟੈਕਸਾਂ ਦੇ ਰਾਹੀਂ, ਉਹ ਤੁਸੀਂ ਕਹਿੰਦਾ ਵੀ ਇਹਦੀ ਲੋੜ ਨਹੀਂ, ਖੁੱਲੀ ਮੰਡੀ ਕਰਤੀ। ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਐਗਰੀਕਲਚਰ ਇਨਫਰਾਸਟਰਕਚਰ ਡਿਵੈਲਪ ਕਰਨ ਲਈ ਸੈਸ ਲਾਦਾ ਤੁਸੀਂ ਦਾਲਾਂ ਤੇ, ਉਹਦੇ ਤੇਲਾਂ ਤੇ ਜੀ, ਕਰੂਡ ਪਾਮ ਆਇਲ ਤੇ ਵੀ ਲਾਤਾ। ਉਹਦਾ ਮਤਲਬ ਹੈਗਾ ਕਿ ਇੱਕ ਪਾਸੇ ਤੁਸੀਂ ਆਮ ਲੋਕਾਂ ਤੋਂ ਪੈਸੇ ਇਕੱਠੇ ਕਰਨਾ ਚਾਹੁੰਦੇ ਜਿਹੜੇ ਗਰੀਬ ਹੈ, ਜਿਹੜੇ ਇਹ ਲੋਕਾਂ ਕੰਜ਼ਿਊਮ ਕਰਦੇ ਆ। ਦੂਜੇ ਪਾਸੇ ਤੁਸੀਂ ਜਿਹੜੇ ਕਾਰਪੋਰੇਟ ਨੇ ਉਹਨਾਂ ਨੂੰ ਖੁੱਲੀ ਮੰਡੀ 'ਚ ਮੁਨਾਫਾ ਕਮਾਉਣ ਲਈ ਉਹਨਾਂ ਨੂੰ ਛੋਟ ਦੇ ਰਹੇ ਹੋ। ਸੋ ਇਸ ਲਈ ਇਹ ਸਿੱਧਾ ਕਿ ਜਿਹੜਾ ਇਹ ਹੋਣਾ ਚਾਹੀਦਾ ਐਗਰੀਕਲਚਰ ਨੂੰ ਡਿਵੈਲਪ ਕਰਨ ਲਈ ਬਹੁਤ ਵੱਡੇ ਪੱਧਰ ਤੇ ਇਨਫਰਾਸਟਰਕਚਰ ਡਿਵੈਲਪਮੈਂਟ ਦੀ ਲੋੜ ਹੈ, ਕਨੈਕਟੀਵਿਟੀ ਦੀ ਲੋੜ ਹੈ, ਨੌਲੇਜ ਸੈਂਟਰਾਂ ਦੀ ਲੋੜ ਹੈ, ਮੰਡੀਆਂ ਨੂੰ ਹੋਰ ਸਟਰੋਂਗ ਕਰਨ ਦੀ ਲੋੜ ਹੈ, ਟਰਾਂਸਪੋਰਟ ਸਿਸਟਮ ਨੂੰ ਕਰਨ ਦੀ ਲੋੜ ਹੈ।
ਈਵਨ ਜਿਹੜੀ ਤੁਸੀਂ ਮਸ਼ੀਨਰੀ ਜੇ ਪ੍ਰੋਵਾਈਡ ਕਰਨੀ ਹੋਵੇ ਉਹਦੇ 'ਚ ਸੈਂਟਰ ਬਣਾਉਣ ਦੀ ਗੱਲ ਆ ਕਿ ਤੁਸੀਂ ਫੋਕਲ ਪੁਆਇੰਟ ਟਾਈਪ ਸੈਂਟਰ ਬਣਾਓ, ਕੋਆਪਰੇਟਿਵ ਜਿਹੜੀ ਐਗਰੀਕਲਚਰ ਨੂੰ ਦੇਣ ਲਈ ਉਹਨੂੰ ਇਨਫਰਾਸਟਰਕਚਰ ਡਿਵੈਲਪ ਕਰੋ, ਤੇ ਉਹ ਕਾਫੀ ਵੱਡੀ ਲੋੜ ਹੈ। ਲੇਕਿਨ ਇਹਦੇ ਵਿੱਚ ਇਹ ਲੱਗਦਾ ਕਿ ਤੁਸੀਂ ਉਹ ਆਮ ਲੋਕਾਂ ਤੇ ਉਹਦਾ ਵਜ਼ਨ ਪਾ ਕੇ ਫਿਰ ਇਹ ਜਿਹੜਾ 100 ਲੱਖ ਕਰੋੜ 5 ਸਾਲ ਦਾ ਇਹਨਾਂ ਦਾ ਸੀਗਾ ਵੀ ਇੱਕ ਵਾਰੀ 'ਚ 20 ਲੱਖ ਕਰੋੜ ਰੁਪਈਆ ਅਸੀਂ ਇੱਕ ਸਾਲ 'ਚ ਖਰਚਣਾ, ਉਹ ਖਰਚਿਆ ਨਹੀਂ ਗਿਆ, ਉਹ ਪੈਸੇ ਹੈ ਨਹੀਂ ਗੇ, ਪਿੱਛੇ ਲੱਗੇ ਨਹੀਂ, ਇਸ ਲਈ ਦੱਸਣ ਲਈ ਕੁਛ ਹੈ ਨਹੀਂ। ਇਸ ਲਈ ਇਹ ਟੈਕਸ ਹੁਣ ਲਾ ਦਿੱਤਾ ਗਿਆ ਤੇ ਉਹ ਐਗਰੀਕਲਚਰ ਜ਼ਿਆਦਾਤਰ ਐਗਰੀਕਲਚਰ ਦੇ ਵਿੱਚ ਹੀ ਲਾ ਦਿੱਤਾ ਗਿਆ। ਮਤਲਬ ਐਗਰੀਕਲਚਰ ਦੀਆਂ ਜਿਹੜੀਆਂ ਪ੍ਰਾਈਸਿਸ ਨੇ ਉਹ ਠੀਕ ਹੈ, MSP ਉਹੀ ਹੋਊਗੀ ਤੇ MSP ਤੋਂ ਜਿਹੜਾ ਅੱਗੇ ਹੈ ਜਿਹੜਾ ਖਰੀਦਦਾਰ ਹੋਊਗਾ ਉਹਨੂੰ ਦੇਣਾ ਪਊਗਾ ਇਹ। ਸੋ ਇਸ ਲਈ ਗਰੀਬ ਬੰਦੇ ਲਈ ਇਹ ਹੋਰ ਮੁਸ਼ਕਲਾਂ ਪੈਦਾ ਕਰੂਗਾ। ਤੇ ਐਗਰੀਕਲਚਰ ਦੇ ਵਿੱਚ ਇੱਕ ਹੋਰ ਜਿਹੜੀ ਗੱਲ ਆ ਨਾ ਜੀ, ਉਹ ਮੈਂ ਥੋੜੀ ਜਿਹੀ ਹੋਰ ਐਡ ਕਰਨਾ ਉਹਦੇ ਵਿੱਚ। ਅੱਜ ਜਿਹੜੀ ਆਪਣੀ ਫਾਈਨੈਂਸ ਮਿਨਿਸਟਰ ਹੈ ਉਹਨੇ ਕਿਹਾ ਹਾਂਜੀ, ਇੱਕ ਤਾਂ ਚਲੋ ਐਲੋਕੇਸ਼ਨ ਜਿਹੜੀ ਕ੍ਰੈਡਿਟ ਦੀ ਬਣਾਈ ਉਹ ਕੋਈ ਗੱਲ ਨਹੀਂ, ਐਡੀ ਵੱਡੀ ਐਗਰੀਕਲਚਰ ਆ ਉਹਦਾ ਪੋਜ਼ਿਟਿਵ ਗਰੋਥ ਰੇਟ ਰਿਹਾ, ਉਹਦੇ ਲਈ ਬਣਾਉਣੀ ਚਾਹੀਦੀ ਹੈ, ਪਰ ਇਹ ਨਹੀਂ ਪਤਾ ਕਿੰਨੇ ਵਧੀਆ ਕਿ 16.5 ਲੱਖ ਕਰੋੜ ਜਿਹੜਾ ਜੀ ਐਲੋਕੇਸ਼ਨ ਕੀਤੀ ਕ੍ਰੈਡਿਟ ਦੀ। ਲੇਕਿਨ ਉਹਦੇ 'ਚ ਇੱਕ ਅੰਕੜੇ ਹੋਰ ਦਿੱਤੇ ਗਏ ਕਿ ਅਸੀਂ ਦਾਲਾਂ ਖਰੀਦੀਆਂ MSP ਤੇ 2013 ਦਾ ਅੰਕੜਾ ਦਿੱਤਾ ਗਿਆ, 2021 ਦਾ ਦਿੱਤਾ ਗਿਆ, ਫਿਰ ਅਸੀਂ ਕਣਕ ਖਰੀਦੀ 2013-14 ਚ, ਫਿਰ 2021 ਦਾ, ਉਹਦੇ ਪੈਸੇ ਦੱਸੇ ਗਏ, ਉਹਦੀ ਕੁਆਂਟੀਟੀ ਨਹੀਂ ਦੱਸੀ ਗਈ। ਤੇ ਜੇ ਗਰੋਥ ਹੋ ਰਹੀ ਹੈ, ਜੇ ਪੈਦਾਵਾਰ ਜ਼ਿਆਦਾ ਹੋਵੇ, ਉਹ ਪੈਸੇ ਤਾਂ ਫਿਰ ਵੀ ਜ਼ਿਆਦਾ ਖਰਚੇ ਹੋ ਸਕਦੇ ਆ। ਦੂਜੀ ਗੱਲ ਇੱਥੇ ਕਹੀ ਗਈ MSP 150 ਗੁਣਾ ਵਧਾਈ, ਇਹ ਤਾਂ ਕਾਸਟ ਲਾਗਤ ਨਾਲ ਸੰਬੰਧ ਰੱਖਦੀ ਹੈ, ਇਹ ਤਾਂ ਦਿਹਾੜੀਆਂ ਨਾਲ ਸੰਬੰਧ ਰੱਖਦੀ ਹੈ। ਤੇ ਜਿੰਨੀ ਦਿਹਾੜੀ ਹੈ, ਜਿੰਨੇ ਤੁਹਾਡੀਆਂ ਲਾਗਤਾਂ ਵੱਧਦੀਆਂ, ਜਿੰਨਾ ਤੁਹਾਡਾ ਤੇਲ ਮਹਿੰਗਾ ਹੁੰਦਾ, ਫਰਟੀਲਾਈਜ਼ਰ ਮਹਿੰਗੇ ਹੁੰਦੇ ਆ, ਪੈਸਟੀਸਾਈਡ ਮਹਿੰਗੀ ਹੁੰਦੀ ਹੈ, ਉਨਾ ਹੀ ਜਾਣਾ। ਤੇ ਉਹ ਤਾਂ C2 ਹੋਣੀ ਚਾਹੀਦੀ ਹੈ, C2 ਤਾਂ ਅੱਜ ਤੱਕ ਨਹੀਂ ਮਿਲੀ। C2 plus 50% ਜਿਹੜਾ ਪ੍ਰੋਫਿਟ ਹੈ ਉਹ ਤਾਂ A2 plus ਫੈਮਿਲੀ ਲੇਬਰ ਦੀ ਹੀ ਮਿਲਦੀ ਹੈ। ਇਸ ਲਈ ਇਹਦੇ 'ਚ ਕਈ ਭਰਮ ਭੁਲੇਖੇ ਵੀ ਹੈ ਜਿਹੜੇ ਪਾਏ ਗਏ, ਜਿਹੜੇ ਅੱਜ ਦਾ ਬਜਟ ਆ ਉਹ ਭਰਮ ਭੁਲੇਖੇ ਪਾਉਂਦਾ, ਕਈ ਗੱਲਾਂ ਜਿਹੜੀਆਂ ਉਹਦੇ 'ਚ ਠੀਕ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਕਾਰਪੋਰੇਟਾਂ ਨੂੰ ਇਨਕਮ ਟੈਕਸ ਛੋਟਾਂ ਜਾਂ ਹੋਰ ਰਿਆਇਤਾਂ ਦੀ ਗੱਲ ਕੀਤੀ ਹੈ, ਤੇ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਬਜਟ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਕੇਸ ਪਹਿਲਾਂ ਪਿਛਲੇ ਇਨਕਮ ਟੈਕਸ ਦੀਆਂ ਕੁਤਾਹੀਆਂ ਵਾਲੇ ਜਿਹੜੇ ਕੇਸ, ਜਾਂ ਸਿੱਧੇ ਸ਼ਬਦਾਂ 'ਚ ਆਪਾਂ ਕਹੀਏ ਕਿ ਜਿਹੜੇ ਚੋਰ ਨੇ, ਟੈਕਸ ਚੋਰ ਨੇ, ਉਹਨਾਂ ਦੇ ਜਿਹੜਾ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਖੋਲਿਆ ਜਾ ਸਕਦਾ ਸੀ, ਪਰ ਹੁਣ ਉਹ ਘਟਾ ਦਿੱਤਾ ਹੈ ਉਹ ਪੀਰੀਅਡ। ਕੀ ਆਪਾਂ ਇਹਨੂੰ ਇਹ ਆਖਾਂਗੇ ਕਿ ਜਿਹੜੇ ਚੋਰ ਨੇ, ਟੈਕਸ ਚੋਰ ਨੇ, ਤੇ ਉਹਨਾਂ ਨੂੰ ਖੁੱਲੀ ਛੁੱਟੀ ਦਿੱਤੀ ਹੈ, ਜਾਂ ਉਹਨਾਂ ਨੂੰ ਸਖਾਲਾ ਕਰ ਦਿੱਤਾ ਕਿ ਉਹਨਾਂ ਦਾ ਪਿਛਲਾ ਰਿਕਾਰਡ ਨਹੀਂ ਖੋਲਿਆ ਜਾ ਸਕਦਾ? ਦੇਖੋ, ਜਿਹੜਾ ਤਾਂ ਇੱਕ ਆਮ ਸਧਾਰਨ ਬੰਦਾ, ਨੌਕਰੀ ਪੇਸ਼ਾ ਹੋਵੇ, ਛੋਟਾ ਦੁਕਾਨਦਾਰ ਹੋਵੇ, ਉਹ ਐਡੀ ਵੱਡਾ ਲੰਮਾ ਝਗੜਾ ਝਮੇਲਾ ਰੱਖਦਾ ਹੀ ਨਹੀਂ ਕਿ ਉਹਦਾ 10 ਸਾਲ ਤੱਕ ਕੋਈ ਰਹੇ ਡਿਸਪਿਊਟ ਤੇ 10 ਸਾਲ ਤੱਕ ਲਗੋਈ ਰੱਖੇ। ਇਹ ਮੰਗ ਕਿਹਦੀ ਹੈ, ਇਹ ਸਮਝਣਾ ਜ਼ਰੂਰੀ ਹੈ ਕਿ ਇਹ ਕੌਣ ਮੰਗ ਕਰ ਰਿਹਾ। ਇਹ ਤਾਂ ਵੱਡੇ ਜਿਹੜੇ ਹੈਗੇ ਆ ਅਮੀਰ, ਜਿਹੜੇ ਪੂੰਜੀਪਤੀ ਜਿਹੜੇ ਹੈਗੇ ਆ, ਜਿਹੜੇ ਕਾਰਪੋਰੇਟ ਹੈਗੇ ਆ, ਜਿਹੜੇ ਵੱਡੇ ਬਿਗ ਬਿਜ਼ਨਸ ਹੈਗੇ ਆ, ਉਹ ਮੰਗ ਕਰ ਰਹੇ ਆ ਕਿ ਉਹਨਾਂ ਦਾ ਤੁਸੀਂ ਇਹ ਹੋ ਗਿਆ ਵੀ ਬੰਦੇ ਨੂੰ ਤੁਸੀਂ ਹੌਲੀ ਹੌਲੀ 6 ਸਾਲ ਘਟਾ ਦਿਓ, ਉਹਦੇ ਤੋਂ ਬਾਅਦ ਉਹ ਸਾਰਾ ਕੁਝ ਹੀ ਜੋ ਮਰਜ਼ੀ ਉਹਨੇ ਗਲਤ ਕੀਤਾ ਠੱਪ। ਇਹਦੀ ਲੋੜ ਕੀ ਪੈ ਗਈ ਸੀਗੀ ਵੀ ਤੁਸੀਂ ਇਹਨੂੰ 10 ਤੋਂ 6 ਕਿਉਂ ਕਰੋ? ਉਹਨੂੰ ਕਹੋ ਸਗੋਂ 10 ਤੋਂ 15 ਵੀ ਕਰੋ, ਵੀ ਜੇ ਤੂੰ ਗਲਤ ਕੀਤਾ ਬਾਅਦ ਚ ਵੀ ਆ ਸਕਦਾ। ਇੱਕ ਕ੍ਰਾਈਮ, ਜਿਹੜਾ ਕ੍ਰਾਈਮ ਤਾਂ ਕ੍ਰਾਈਮ ਹੀ ਹੈ ਨਾ ਖੜਾ। ਇਸ ਲਈ ਇਹ ਹੋ ਗਿਆ ਕਿ ਠੀਕ ਹੈ, ਤੁਸੀਂ ਰਲ ਰਲਾ ਕੇ ਕਿਸੇ ਨਾਲ ਵੀ 6 ਸਾਲ ਕੱਟ ਦਿਓ, ਉਹਦੇ ਤੋਂ ਬਾਅਦ ਕਹਿ ਦਿਓ ਜੀ ਇਹ ਰੂਲ ਹੈ ਤੇ ਹੁਣ ਤੁਸੀਂ ਮੇਰੇ ਖਿਲਾਫ ਨਹੀਂ ਕਰ ਸਕਦੇ ਕੁਝ। ਇਹ ਜਿਹੜੀ ਮਤਲਬ ਜਿਹੜੀ ਟੈਕਸ ਦੀ ਚੋਰੀ ਹੈ, ਉਸ ਨੂੰ ਇਹ ਵਧਾਊਗਾ, ਘਟਾਊਗਾ ਨਹੀਂ ਜਿਹੜਾ ਇਹ ਪ੍ਰੋਵੀਜ਼ਨ ਹੈ। ਇੱਕ ਪਾਸੇ ਤਾਂ ਅਸੀਂ ਕਹਿੰਦੇ ਵੀ ਟੈਕਸ ਚੋਰੀ ਬੰਦ ਕਰਨੀ ਹੈ, ਦੂਜੇ ਪਾਸੇ ਅਸੀਂ ਕਹਿੰਦੇ ਨਹੀਂ ਇਹ ਅਸੀਂ ਪ੍ਰੋਵੀਜ਼ਨ ਦੇ ਰਹੇ ਹਾਂ। ਸੋ ਇਹਦੀ ਮੈਨੂੰ ਨਹੀਂ ਸਮਝ ਲੱਗੀ ਵੀ ਇਹ ਕਿਉਂ ਘਟਾਇਆ ਗਿਆ, ਕਿਹਦੀ ਮੰਗ ਤੇ ਘਟਾਇਆ ਗਿਆ। ਇਹ ਪੱਕਾ ਹੀ ਹੈ ਕਿ ਬਿਗ ਬਿਜ਼ਨਸ ਦੀ ਮੰਗ ਤੇ ਘਟਾਇਆ ਗਿਆ, ਉਹ ਘਟਵਾਉਣਾ ਚਾਹੁੰਦੇ ਆ। ਆਮ ਬੰਦੇ ਨੂੰ ਜਾਂ ਆਮ ਜਿਹੜਾ ਇੱਕ ਨਾਗਰਿਕ ਹੈ, 99% ਲੋਕਾਂ ਨੂੰ ਤਾਂ ਇਹਦੀ ਕੋਈ ਲੋੜ ਨਹੀਂ। ਉਹ ਤਾਂ ਭਰਦੇ ਆ ਟੈਕਸ, ਤੇ ਜੇ ਹੁੰਦਾ ਅਗਲੇ ਉਸ ਵੇਲੇ ਦੇ ਦਿੰਦੇ। ਉਹ 6 ਸਾਲ ਜਾਂ 10 ਸਾਲ ਨਹੀਂ ਲੰਘਦਾ। ਮੈਂ ਤਾਂ ਆਪਣੇ ਜਿਹੜਾ ਇੱਥੇ ਕਿਸੇ ਨੂੰ ਵੀ ਨਹੀਂ ਸੁਣਿਆ ਵੀ ਮੇਰਾ 10 ਸਾਲ ਦਾ ਕੋਈ ਕੇਸ ਲੰਘ ਰਿਹਾ। ਹਾਂਜੀ, ਤੇ ਜਿਸ ਤਰ੍ਹਾਂ ਇਸ ਤਰ੍ਹਾਂ ਇਹ ਹੋ ਗਿਆ ਕਿ ਇੱਕ ਤਨਖਾਹਦਾਰ ਬੰਦੇ ਨੂੰ
ਤਾਂ ਘੱਟੋ ਘੱਟ ਮੇਰਾ ਖਿਆਲ 35% ਦੇ ਨੇੜੇ ਤੇੜੇ ਟੈਕਸ ਭਰਨਾ ਪੈ ਰਿਹਾ ਤੇ ਇੱਕ ਕਾਰਪੋਰੇਟ ਨੂੰ, ਬਹੁਤ ਅਮੀਰ ਬੰਦੇ ਨੂੰ 25 ਦੇ ਨੇੜੇ ਤੇੜੇ ਹੈ ਇਹ ਟੈਕਸ। ਤੇ ਇਸ ਤਰ੍ਹਾਂ ਤਨਖਾਹ ਵਾਲਾ ਬੰਦਾ ਜਿਹਨੂੰ ਐਤਕੀ ਕੋਈ ਵੀ ਟੈਕਸ ਸਲੈਬਾਂ ਵਿੱਚ ਕੋਈ ਛੂਟ ਨਹੀਂ ਮਿਲੀ ਤੇ ਉਹ ਨਿਬੇੜਿਆ ਜਾ ਰਿਹਾ। ਤੇ ਮਹਿੰਗਾਈ, ਡਾਕਟਰ ਸਾਹਿਬ ਇਹਦੇ ਬਾਰੇ ਇਹ ਦੱਸੋਗੇ ਕਿ ਇਹ ਜਿਹੜੀਆਂ ਮਦਾਂ ਨੇ ਬਜਟ ਦੀਆਂ, ਜਾਂ ਜਿਸ ਤਰ੍ਹਾਂ ਜੋ ਕੁਝ ਸਾਹਮਣੇ ਆ ਰਿਹਾ, ਜਿਸ ਤਰ੍ਹਾਂ ਦਾਲਾਂ ਵਰਗੀਆਂ ਚੀਜ਼ਾਂ ਤੇ ਵੀ ਹੋਰ ਸੈਸ ਲਾ ਰਹੇ ਨੇ, ਜਦਕਿ ਮਹਿੰਗਾਈ ਇਹਨਾਂ ਚ ਪਹਿਲਾਂ ਵੀ ਬਹੁਤ ਵਧੀਆ, ਤੇ ਇਹਦੇ ਨਾਲ ਤੁਹਾਨੂੰ ਕੀ ਲੱਗਦਾ ਮਹਿੰਗਾਈ ਕਿੰਨੀ ਕੁ ਹੋਰ ਵੱਧ ਜਾਏਗੀ? ਦੇਖੋ, ਜਿਹੜਾ ਗਰੀਬ ਬੰਦਾ ਉਹ ਪਹਿਲਾਂ ਹੀ ਜਿਹੜਾ ਜੀ ਕੋਵਿਡ ਦਾ ਮਾਰਿਆ ਵਾ, ਲਾਕਡਾਊਨ ਚ ਉਹਨੂੰ ਉਹਦੀ ਨੌਕਰੀਆਂ ਚਲੀਆਂ ਗਈਆਂ, ਉਹਦੀ ਇਨਕਮ ਘਟ ਗਈ। ਚਾਹੀਦਾ ਤਾਂ ਇਹ ਸੀਗੇ, ਜਿਵੇਂ ਬਹੁਤ ਸਾਰੇ ਸਕਾਲਰ ਇਹ ਕਹਿੰਦੇ ਸੀ ਜੀ, ਹਾਂਜੀ, ਉਹ ਚਾਹੀਦਾ ਤਾਂ ਇਹ ਸੀਗਾ, ਜਿਵੇਂ ਕਿਹਾ ਜਾ ਰਿਹਾ ਸੀਗਾ ਕਿ 7500 ਰੁਪਏ ਪਰ ਮੰਥ ਪਰ ਫੈਮਿਲੀ 6 ਮਹੀਨੇ ਲਈ ਦਿਓ। ਜਿਵੇਂ ਕਿ ਕੈਨੇਡਾ ਦੇ ਵਿੱਚ ਦਿੱਤੇ, USA ਦੇ ਵਿੱਚ ਦਿੱਤੇ, ਉਹਨਾਂ ਨੇ $1100 $1000 ਵੀ ਦਿੱਤਾ ਤਾਂ ਕਿ ਲੋਕ ਸਰਵਾਈਵ ਕਰਨ। ਇਸ ਲਈ ਅਸੀਂ $100 ਦੀ ਉਹ ਗੱਲ ਸੀਗੀ ਇਹ, ਕਿ 7500 ਰੁਪਇਆ $100 ਬਣਦਾ, ਤੇ ਉਹ ਨਹੀਂ ਦਿੱਤਾ ਗਿਆ। ਇਹ ਜਿਹੜਾ ਕ੍ਰਾਈਸਿਸ ਹੈ ਨਾ ਜੀ ਸਾਡੇ ਕੋਲ ਇਕੋਨਮੀ ਦਾ, ਦੇਖੋ ਗਰੋਥ ਰੇਟ ਜੇ ਸਾਡਾ 11% ਵੀ ਰਹੇ, ਜਿਹੜਾ ਅਸੀਂ ਬਜਟ ਦੇ ਵਿੱਚ ਵੀ ਕਹਿ ਰਹੇ, ਕੱਲ ਇਕਨੋਮਿਕ ਸਰਵੇ ਦੇ ਵਿੱਚ ਵੀ ਕਿਹਾ, ਤਾਂ ਸਾਡੀ ਜਿਹੜੀ ਪੈਦਾਵਾਰ 2018-19 ਦੀ ਸੀਗੀ ਉਹ 22-23 ਤੱਕ ਵੀ ਮੁੜ ਕੇ ਉਸ ਪੱਧਰ ਤੇ ਆ ਜੇ। ਮਤਲਬ ਜੇ ਅਸੀਂ 100 ਰੁਪਇਆ ਪੈਦਾ ਕਰਦੇ, 100 ਰੁਪਇਆ ਹੀ ਪੈਦਾ ਕਰੀਏ, ਜੇ ਉਹ 22-23 ਤੱਕ ਵੀ ਆ ਜੇ, ਬਹੁਤ ਵੱਡੀ ਗੱਲ ਹੈ। ਇਸ ਲਈ ਉਹਦੇ ਲਈ ਮੰਗ ਪੈਦਾ ਕਰਨ ਦੀ ਗੱਲ ਹੈਗੀ ਹੈ ਕਿ ਮੰਗ ਪੈਦਾ ਹੋਵੇ ਇਕੋਨਮੀ ਦੇ ਵਿੱਚ। ਸੋ ਮੰਗ ਜਿਹੜੀ ਆ ਇਕੋਨਮੀ 'ਚ ਪੈਦਾ ਕਰਨ ਲਈ ਸਾਨੂੰ ਰੁਜ਼ਗਾਰ ਚਾਹੀਦਾ, ਰੁਜ਼ਗਾਰ ਮੁਹੱਈਆ ਕਰਨਾ ਚਾਹੀਦਾ। ਜਦੋਂ ਤੱਕ ਰੁਜ਼ਗਾਰ ਨਹੀਂ ਮਿਲਦਾ, ਲੋਕਾਂ ਦੀ ਹੈਲਪ ਕਰਨੀ ਚਾਹੀਦੀ, ਗਰੀਬ ਬੰਦਿਆਂ ਦੀ ਹੈਲਪ ਕਰਨੀ ਚਾਹੀਦੀ ਹੈ। ਇਹ ਠੀਕ ਹੈ ਕਿ ਹੈਲਥ ਤੇ ਵੈਲਬੀਇੰਗ ਦੇ ਉੱਤੇ ਤੁਸੀਂ 138% ਵਧਾਇਆ, ਲੇਕਿਨ ਉਹ ਵੀ ਪ੍ਰਾਈਵੇਟ ਕੰਪਨੀਆਂ ਕੋਲ ਚਲੇ ਜਾਣਾ, ਕਿਉਂਕਿ ਕੋਵਿਡ ਦੀ ਵੈਕਸੀਨ ਜਿਹੜੀ ਆ ਤੁਸੀਂ ਜਿਹੜੀ ਫ੍ਰੀ ਦੇ ਰਹੇ ਹੋ, ਇਹ ਵੀ ਇੱਕ ਭਰਮ ਭੁਲੇਖਾ 35,000 ਕਰੋੜ ਰੁਪਇਆ ਵੈਕਸੀਨ ਲਈ ਰੱਖਿਆ ਗਿਆ। ਉਹ ਤਾਂ ਕੰਪਨੀਆਂ ਨੂੰ ਤਾਂ ਤੁਸੀਂ ਪੇ ਕਰਨਾ ਨਾ, ਕੰਪਨੀਆਂ ਦਾ ਆਪਣਾ ਮੁਨਾਫਾ ਕਮਾ ਲਿਆ, ਉਹ ਤਾਂ ਲੋਕਾਂ ਦੇ ਟੈਕਸ ਤੋਂ ਹੀ ਤੁਸੀਂ ਪੈਸੇ ਦਿੱਤੇ ਉਹਨੂੰ। ਤੇ ਲੋਕਾਂ ਨੂੰ ਜੇ ਤੁਸੀਂ ਕੋਵਿਡ ਦੀ ਵੈਕਸੀਨ ਫ੍ਰੀ ਵੀ ਲਾ ਦਿਓਗੇ ਤਾਂ ਸਰਕਾਰ ਲਈ ਜਾਂ ਲੋਕਾਂ ਲਈ ਉਹ ਫ੍ਰੀ ਨਹੀਂ, ਲੋਕਾਂ ਦੇ ਟੈਕਸ ਦੇ ਵਿੱਚੋਂ ਹੀ ਪੈਸੇ ਦਿੱਤੇ ਜਾਣੇ ਆ, ਉਹ ਕੰਪਨੀ ਦੇ ਮੁਨਾਫਾ ਕਮਾ ਲੈਣਾ। ਲੇਕਿਨ ਲੋਕਾਂ ਨੂੰ ਡਾਇਰੈਕਟਲੀ ਜਿਹੜਾ ਸੀ ਨਾ ਬੈਨੀਫਿਟ, ਉਹ ਸੀਗਾ ਕਿ ਉਹਨਾਂ ਨੂੰ ਜਿਨ੍ਹਾਂ ਦੀ ਨੌਕਰੀ ਚਲੀ ਗਈ, ਜਿਨ੍ਹਾਂ ਦਾ ਰੁਜ਼ਗਾਰ, ਹੁਣ ਅਸੀਂ ਹੰਗਰ ਇੰਡੈਕਸ ਦੇ ਵਿੱਚ 92 ਤੋਂ 94 ਨੰਬਰ ਤੇ ਚਲੇ ਗਏ 102 ਮੁਲਕਾਂ ਚੋਂ, ਉਹਨੂੰ ਟੈਕਲ ਕਰਨ ਲਈ ਅਸੀਂ ਕੀ ਕਰਨਾ ਚਾਹੀਦਾ ਸੀਗਾ? ਉਹਦੇ 'ਚ ਸਾਨੂੰ ਜਿਹੜਾ ਪੀਪਲ, ਗਰੀਬਾਂ ਲਈ ਕੋਈ ਮਈਅਸ ਜਿਹੜੇ ਲਏ ਜਾਂਦੇ, ਉਹ ਮੈਨੂੰ ਇਸ ਜਿਹੜਾ ਹੈਗਾ ਜੀ ਉਹ ਤੋਂ ਮਿਸਿੰਗ ਲੱਗਦੇ ਆ ਇਸ ਬਜਟ ਦੇ ਵਿੱਚ। ਜਿਸ ਤਰ੍ਹਾਂ ਸਾਡੀ ਜਿਹੜੀ GDP ਸੀ ਨੈਗੇਟਿਵ ਵਿੱਚ ਸੀ ਜੀ, ਤੇ ਨੈਗੇਟਿਵ GDP ਦੇ ਦੌਰਾਨ ਪੇਸ਼ ਕੀਤਾ ਗਿਆ ਇਹ ਪਹਿਲਾ ਬਜਟ ਹੈ, ਤੇ ਸਰਕਾਰ ਆਸ ਰੱਖ ਰਹੀ ਹੈ ਕਿ ਅੱਗੇ ਤੋਂ ਸਾਡੀ ਜਿਹੜੀ GDP ਹੈ ਬਿਹਤਰ ਹੋਵੇਗੀ, ਇਸ ਆਸ ਨਾਲ ਚੱਲ ਰਹੀ ਹੈ। ਤੇ ਤੁਹਾਨੂੰ ਕੁਝ ਲੱਗਦਾ ਹੈ ਕਿ ਇਸ ਵੇਲੇ ਦੇ ਬਜਟ ਤੋਂ ਇਹ ਉਸਾਰੂ ਪਾਸੇ ਵੱਲ ਜਾਏਗੀ? ਕੋਈ ਅੰਦਰੋਂ ਤੁਹਾਨੂੰ ਰੁਝਾਨ ਲੱਗਦੇ ਨੇ ਇਸ ਬਜਟ ਵਿੱਚ, ਇਸ ਬਜਟ ਤੋਂ ਕਿ ਸਥਿਤੀ ਸੁਧਾਰਨ ਲਈ ਯਤਨ ਕੀਤੇ ਜਾਣਗੇ ਸਰਕਾਰ ਵੱਲੋਂ? ਦੇਖੋ, ਇਹਦੇ ਤੇ ਦੋ ਤਰ੍ਹਾਂ ਦੀਆਂ ਆ ਰਹੀਆਂ, ਜਿਵੇਂ ਕੱਲ ਉਦਣ ਫਰਾਈਡੇ ਨੂੰ ਇਕਨੋਮਿਕ ਸਰਵੇ 'ਚ ਕਿਹਾ ਗਿਆ ਜੀ ਇਹ ਵੀ ਸ਼ੇਪ ਦੀ ਸੀਗੀ, ਉਵੇਂ ਡਾਊਨ ਗਈ, ਐਵੇਂ ਹੀ ਅਪ ਆਊਗੀ। G20 ਤੋਂ G20 ਮੁਲਕਾਂ 'ਚੋਂ ਸਭ ਤੋਂ ਵੱਧ GDP ਪਹਿਲੀ ਤਿਮਾਹੀ 'ਚ ਸਾਡੀ ਘਟੀ 23.9%, ਉਦੋਂ ਅਗਲੀ 'ਚ 7.7 ਘਟੀ। ਇਸ ਵਾਲੀ ਤਿਮਾਹੀ ਜਿਹੜੀ ਹੈ ਅਕਤੂਬਰ, ਨਵੰਬਰ, ਦਸੰਬਰ ਵਾਲੀ, ਇਹਦੇ 'ਚ ਵੀ ਨੈਗੇਟਿਵ ਰਹਿਣੀ ਹੈ, ਤੇ ਓਵਰਆਲ ਗਰੋਥ ਰੇਟ 7% ਨੈਗੇਟਿਵ ਰਹਿਣਾ। ਇਹਦਾ ਮਤਲਬ ਕਿ ਜੇ ਅਸੀਂ ਪਹਿਲਾਂ 100 ਰੁਪਏ ਪੈਦਾ ਕਰਦੇ ਸੀਗੇ ਤਾਂ ਉਹ ਘਟ ਕੇ ਸਾਡੇ 70 ਜਾਂ 60 ਰੁਪਏ ਰਹਿ ਗਏ, ਜਾਂ 70 ਰੁਪਏ ਰਹਿ ਗਏ। ਜੇ ਉਹਨੂੰ ਅਸੀਂ ਮੁੜ ਕੇ 100 ਕਰਨਾ ਹੋਵੇ, ਜਿੱਦਾਂ ਵੱਡਾ ਉਹਦੇ ਲਈ ਐਫਰਟ ਚਾਹੀਦੀ ਹੈ, ਉਹ ਡਿਮਾਂਡ ਤੇ ਰੁਜ਼ਗਾਰ, ਉਹ ਜਿੰਨੀ ਐਫਰਟ ਉਹ ਚਾਹੀਦੀ ਹੈ। 5 ਟ੍ਰਿਲੀਅਨ ਦੀ ਅਸੀਂ ਪਹਿਲਾਂ ਗੱਲ ਕਰਦੇ ਸੀ, ਉਹ ਤਾਂ ਖੈਰ ਅਸੀਂ ਹੁਣ ਭੁੱਲ ਹੀ ਜਾਈਏ ਕਿੱਥੇ ਗਈ। ਉਹਦੇ ਲਈ ਬਹੁਤ ਕੁਝ ਚਾਹੀਦਾ, ਮਤਲਬ ਇਹਦੇ ਵਿੱਚ ਕਰਨਾ। ਉਹ ਇਸ ਬਜਟ ਦੇ ਵਿੱਚ ਉਸ ਤਰ੍ਹਾਂ ਦਾ ਐਫਰਟ ਜਿਹੜਾ ਉਵੇਂ ਨਹੀਂ ਲੱਗ ਰਿਹਾ। ਸੈਕੰਡਲੀ, ਜਿਹੜੀ ਕਿਸਾਨਾਂ ਦੀ 2022 'ਚ ਅਸੀਂ ਕਹਿੰਦੇ ਆ ਵੀ ਦੁੱਗਣੀ ਆਮਦਨ ਕਰਨੀ ਸੀ, ਉਹ ਵੀ ਇਹਦੇ ਵਿੱਚ ਨਹੀਂ ਹੁੰਦੀ ਦਿਖ ਰਹੀ ਹੈ ਜੀ, ਉਹਦਾ ਕੋਈ ਜ਼ਿਕਰ ਵੀ ਹੈ ਨਹੀਂ ਹੁਣ। ਤੀਜੀ ਗੱਲ ਜਿਹੜੀ ਅਸੀਂ ਇਹ ਕਹਿੰਦੇ ਸੀ ਕਿ ਅਸੀਂ 2020 ਸਾਡਾ ਲੰਘ ਗਿਆ ਕਿ ਸਾਨੂੰ ਡੈਮੋਗ੍ਰਾਫਿਕ ਡਿਵੀਡੈਂਡ ਮਿਲੂਗਾ, ਤਾਂ ਕਿ ਸਕਿੱਲ ਹਿਊਮਨ ਡਿਵੈਲਪਮੈਂਟ ਦੀ ਗੱਲ ਕੀਤੀ ਗਈ ਇੱਥੇ,
ਕਿ ਜਿਹੜੇ 6 ਪਿੱਲਰ ਕਹੇ ਗਏ ਨਾ, ਉਹਦੇ 'ਚ ਇੱਕ ਹਿਊਮਨ ਕੈਪੀਟਲ ਦੀ ਗੱਲ ਵੀ ਕੀਤੀ ਗਈ ਹੈ। ਲੇਕਿਨ ਜਿਸ ਤਰ੍ਹਾਂ ਦੀ ਐਜੂਕੇਸ਼ਨ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੀ ਗੱਲ ਸਾਨੂੰ ਮਤਲਬ ਉਨੀ ਇਨਵੈਸਟਮੈਂਟ ਚਾਹੀਦੀ ਹੈ, ਪੈਸੇ ਚਾਹੀਦੇ ਹੈ, ਉਹ ਇੱਥੇ ਮਿਸਿੰਗ ਹੈ। ਜੇ ਅਸੀਂ ਉਹ 20 ਤਾਂ ਹੁਣ ਲਗਾ ਲਿਆ, 20 ਤੋਂ ਬਾਅਦ ਹੁਣ ਅਸੀਂ ਉਹਦੀ ਗੱਲ ਵੀ ਨਹੀਂ ਕਰਦੇ ਯੰਗ ਇੰਡੀਆ ਦੀ, ਕਿ 35 ਸਾਲ ਤੋਂ ਘੱਟ ਉਮਰ ਦੇ 65% ਬੰਦੇ ਆ ਤੇ ਅਸੀਂ ਉਹਨੂੰ ਸਪਲਾਈ ਕਰਾਂਗੇ ਵਰਲਡ ਨੂੰ ਸਕਿਲਡ ਮੈਨ ਪਾਵਰ। ਉਹ ਐਸਾ ਇਹਦੇ 'ਚ ਹੁਣ ਮਿਸਿੰਗ ਹੈ, ਇਸ ਬਜਟ ਦੇ ਵਿੱਚ ਹੈ ਨਹੀਂ ਗਾ ਜਦੋਂ 20 ਲੰਘ ਗਿਆ। ਜੀ ਤੇ ਡਾਕਟਰ ਸਾਹਿਬ ਮੈਂ ਮੁੜ ਕੇ ਅਸਾਸਿਆਂ ਦੀ ਗੱਲ ਤੇ ਆਉਣੀ ਆ, ਜਿਸ ਤਰ੍ਹਾਂ IOC ਇੰਡੀਅਨ ਆਇਲ ਕਾਰਪੋਰੇਸ਼ਨ ਹੈ, ਜਾਂ ਜਿਹੜੀਆਂ ਫਰੈਟ ਕੋਰੀਡੋਰ ਨੇ, ਤੇ ਹੋਰ ਕਈ ਅਸਾਸੇ ਸਰਕਾਰ ਵੇਚਣ ਦੀ ਗੱਲ ਵੇਚਣ ਮਤਲਬ ਜਿਸ ਤਰ੍ਹਾਂ ਉਹਨਾਂ ਵਿੱਚ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰ ਰਹੀ ਆ, ਉਹ ਸਾਧਨ ਜਟਾਉਣਾ ਚਾਹੁੰਦੀ ਹੈ। ਆ ਜਿਹੜੇ ਫਾਸਟੈਗ ਜਿਹੜੇ ਲਾਏ ਜਾ ਰਹੇ ਨੇ ਹਨਾ ਟੋਲ ਪਲਾਜ਼ਿਆਂ ਤੇ, ਜਾਂ ਜਿਸ ਤਰ੍ਹਾਂ ਵੀ ਹੈ, ਤੇ ਇਸ ਤਰ੍ਹਾਂ ਇਹ ਕਿੰਨੇ ਕੁ ਸਾਧਨ ਜਟਾਉਂਦੀ ਰਹੂਗੀ ਤੇ ਕਿੰਨੀਆਂ ਅਸੀਂ ਸੰਪਤੀਆਂ ਸਾਡਾ ਮੁਲਕ ਮਤਲਬ ਵੇਚਦਾ ਰਹੇਗਾ ਸਰਕਾਰੀ ਅਸਾਸੇ ਸਮੇਤ LIC ਦੇ। LIC 'ਚ ਕਿਉਂਕਿ ਬਹੁਤ ਭਰੋਸਾ ਸੀ, ਮੈਂ ਦੁਬਾਰਾ ਇਸ ਦੀ ਗੱਲ ਛੇੜ ਰਹੀ ਹਾਂ ਕਿ ਇਹ ਆਮ ਲੋਕਾਂ ਲਈ ਇੱਕ ਬਹੁਤ ਵੱਡਾ ਆਸਰਾ ਸੀ। ਕੁਝ ਨੌਕਰੀਆਂ ਨੇ ਜਿਹੜੀਆਂ ਪੈਨਸ਼ਨਾਂ ਵਾਲੀਆਂ ਨਹੀਂ ਹੈਗੀਆਂ ਉਹਨਾਂ ਲਈ, ਤੇ ਜਾਂ ਆਮ ਸਧਾਰਨ ਘਰ ਦਾ ਇੱਕ ਜੀ ਨੌਕਰੀ ਕਰਦਾ ਤੇ ਉਹਨੂੰ ਟੈਕਸ ਪੈ ਜਾਂਦਾ ਤੇ ਉਹ ਟੈਕਸ ਤੋਂ ਵੀ ਉਹਨੂੰ ਥੋੜੀ ਰਾਹਤ ਮਿਲ ਜਾਂਦੀ ਸੀ, ਤੇ ਨਿੱਕੀਆਂ ਉਹਨਾਂ ਦੇ ਨਿੱਕੇ ਸੁਪਨਿਆਂ ਨੂੰ ਬੂਰ ਪੈਂਦਾ ਸੀ LIC ਨਾਲ। ਤੇ ਹੁਣ ਤਾਂ ਸਰਕਾਰ IOC ਜਿਹੜਾ ਇੰਡੀਅਨ ਆਇਲ ਕਾਰਪੋਰੇਸ਼ਨ ਤੇ ਹੋਰ ਚੀਜ਼ਾਂ ਵੀ ਵੇਚਣ ਤੇ ਆ ਗਈ ਹੈ, ਤੇ ਜਿਹੜੇ ਰੇਲਵੇ ਸੰਪਤੀਆਂ ਵੇਚੀਆਂ ਜਾ ਰਹੀਆਂ ਨੇ, ਤੇ ਇਸ ਬਜਟ ਵਿੱਚ ਵੀ ਇਹਨਾਂ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਕੀਤਾ ਹੈ। ਇਹਦੇ ਬਾਰੇ ਕੀ ਆਖੋਗੇ? ਦੇਖੋ, ਮੈਂ ਪਹਿਲਾਂ ਹੀ ਕਹਿ ਚੁੱਕਿਆ, ਇਹਨਾਂ ਨੇ ਐਸਟੀਮੇਟ ਰੱਖਿਆ ਕਿ 2021-22 ਦੇ ਵਿੱਚ 1,75,000 ਕਰੋੜ ਰੁਪਏ ਡਿਸਇਨਵੈਸਟਮੈਂਟ ਕਰਕੇ ਕਮਾਏ ਜਾਣਗੇ। ਉਹਦਾ ਮਤਲਬ ਇਹੀ ਹੁੰਦਾ ਕਿ ਪਹਿਲਾਂ ਕੰਪਨੀ ਪਬਲਿਕ ਹੈ, ਜਨਤਕ ਹੈ, ਤੇ ਉਹਨੂੰ ਨਿੱਜੀ ਕਰ ਦੇਣਾ, ਉਹਦੇ ਸ਼ੇਅਰ ਵੇਚ ਦੇਣੇ, ਉਹਦੇ ਡਿਸਇਨਵੈਸਟਮੈਂਟ ਕਰ ਦੇਣੀ ਹੈ। ਉਹਦੇ 'ਚ ਹੁਣ ਪੋਰਟ ਦੀ ਵੀ ਗੱਲ ਹੋ ਰਹੀ ਹੈ ਕਿ ਪੋਰਟ ਨਿੱਜੀਕਰਨ PP ਮੋਡ ਤੇ ਚਲੇ ਜਾਣਗੇ। ਪੋਰਟ ਪਹਿਲਾਂ ਅਸੀਂ 에ਅਰਪੋਰਟ ਜਿਹੜੇ ਆ ਉਹ ਚਲੇ ਗਏ, ਹੁਣ ਸੀ ਪੋਰਟ ਤੇ ਆ ਗਏ ਕਿ ਸਰਕਾਰ ਉੱਥੋਂ ਵੀ ਜਾ ਕੇ ਪ੍ਰਾਈਵੇਟ ਕੰਪਨੀਆਂ ਨੂੰ ਦਊਗੀ। ਫਿਰ ਅਸੀਂ LIC ਵਰਗੀ ਜਿਹੜੀ ਨਵਰਤਨ ਟਾਈਪ ਕੰਪਨੀ ਕਹਿ ਲਓ ਤੁਸੀਂ, ਜਿਹਦਾ ਐਡਾ ਵੱਡਾ ਮੁਨਾਫਾ ਤੇ ਜਿਹਦਾ ਯਕੀਨ ਤੁਸੀਂ ਉਹਦੇ ਤੇ ਆ ਗਏ ਕਿ ਉਹਦਾ IPO ਇਸ਼ੂ ਕਰਾਂਗੇ ਇਸੇ ਸਾਲ 'ਚ ਤੇ ਉਹਨੂੰ ਨਿੱਜੀਕਰਨ ਵੱਲ ਲੈ ਜਾਵਾਂਗੇ। ਇਹ ਸਾਰਾ ਜਿਹੜਾ ਇੱਕ ਪ੍ਰੋਸੈਸ ਹੈ ਨਾ ਜੀ, ਪ੍ਰੋ ਕਾਰਪੋਰੇਟ ਨਿੱਜੀਕਰਨ ਦਾ ਪ੍ਰੋਸੈਸ ਹੈਗਾ, ਜਿਹਦੇ ਵਿੱਚ ਇੱਕ ਪੂਰੀ ਮਿਨਿਸਟਰੀ ਹੈਗੀ ਹੈ। ਸੋ ਇਸ ਲਈ ਜਦੋਂ ਵੀ ਪ੍ਰਾਈਵੇਟ ਹੁੰਦਾ, ਜਦੋਂ ਨਿੱਜੀਕਰਨ ਹੁੰਦਾ, ਉਹ ਲੋਕਾਂ ਦੇ ਖਿਲਾਫ ਹੀ ਭੁਗਤਦਾ। ਜਿਵੇਂ ਹੁਣ ਹੈਲਥ ਦੀ ਗੱਲ ਕਰ ਲਓ, ਜਿਹੜਾ ਇਹ ਆਪਣਾ ਕੋਵਿਡ ਆਇਆ ਤੇ ਉਦੋਂ ਜਿਹੜਾ ਸਾਡਾ ਪਬਲਿਕ ਹੈਲਥ ਸਿਸਟਮ ਹੈ ਉਹ ਇੰਨਾ ਵੀਕ ਸੀਗਾ ਕਿ ਲੋਕਾਂ ਨੂੰ ਇਲਾਜ ਹੀ ਨਹੀਂ ਮਿਲਿਆ ਉੱਥੇ। ਉਹਨਾਂ ਨੂੰ ਪ੍ਰਾਈਵੇਟ ਦੇ ਕੋਲ ਜਿਹੜਾ ਉੱਥੇ ਵੀ ਨਹੀਂ ਇਲਾਜ ਮਿਲਿਆ, ਕਿਉਂਕਿ ਉਹ ਕਰਦੇ ਨਹੀਂ ਸੀਗੇ, ਜੇ ਕਰਦੇ ਸੀ ਤਾਂ ਉਹਨਾਂ ਦੀ ਲੁੱਟ ਹੁੰਦੀ ਸੀਗੀ। ਸੋ ਇਸ ਲਈ ਇੱਕ ਨਿਗਾ ਰੇਲਵੇ ਦੇ ਵਿੱਚ ਪ੍ਰਾਈਵੇਟਾਈਜੇਸ਼ਨ ਹੋ ਗਈ, 에ਅਰਪੋਰਟ ਦੇ ਵਿੱਚ ਹੋ ਗਈ, ਹੁਣ ਆਇਲ ਕੰਪਨੀ ਥਰੂ ਆਊਟ ਦੀ ਵਰਲਡ ਆਇਲ ਕੰਪਨੀ ਜਿਹੜੀਆਂ ਉਹ ਵੱਧਦੇ ਜੇ ਜੀ। ਰੇਟ ਦਾ ਤੁਸੀਂ ਰੇਟ ਦੇਖੋ ਕਿੱਥੇ ਹੈ, ਜਿਹੜੀ ਕੰਪਨੀ ਪ੍ਰੋਫਿਟ ਕਮਾ ਰਹੀ ਹੈ ਉਹਨੂੰ ਕਿਉਂ ਕਰ, ਉਹਦਾ ਅੰਦਰ ਪ੍ਰੋ ਕਾਰਪੋਰੇਟ ਜਿਹੜਾ ਪ੍ਰੈਸ਼ਰ ਹੈ ਨਾ ਜੀ, ਉਹ ਨਿੱਜੀਕਰਨ ਦਾ ਦੌਰ ਚੱਲ ਰਿਹਾ। ਇਹ ਨਿਊ ਲਿਬਰਲ ਜਿਹੜੀਆਂ ਨਵੀਆਂ ਇਕਨੋਮਿਕ ਪਾਲਿਸੀ 91 ਦੀ ਆ, ਉਹਦੀ ਉਹ ਕੰਟੀਨਿਊਟੀ ਹੈ। ਤੇ ਅਲਟੀਮੇਟਲੀ ਕਿਸੇ ਪਬਲਿਕ ਸੈਕਟਰ ਦਾ ਨਿੱਜੀਕਰਨ ਹੋਣਾ ਲੋਕਾਂ ਦੇ ਖਿਲਾਫ ਹੀ ਚਲਾ ਜਾਂਦਾ ਬਹੁਤ ਹੀ ਵਾਰੀ ਜੀ। ਜਿਸ ਤਰ੍ਹਾਂ ਇਹ ਪਬਲਿਕ ਸੈਕਟਰ ਦਾ ਨਿੱਜੀਕਰਨ ਦੀ ਜੇ ਗੱਲ ਕਰੀਏ ਤਾਂ ਸਰਕਾਰ ਨੇ ਇਸ ਵੇਲੇ ਆਖਿਆ। ਇਸ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦੀ ਹਾਂ ਕਿ ਬੰਬੇ ਵਰਗੇ ਮਹਾਨਗਰ ਨੂੰ ਅਡਾਨੀ ਦੀ ਕੰਪਨੀ ਬਿਜਲੀ ਸਪਲਾਈ ਕਰਦੀ ਹੈ ਤੇ ਬਿਜਲੀ ਕਾਫੀ ਮਹਿੰਗੀ ਹੈ, ਤੇ ਹੁਣ ਸਰਕਾਰ ਨੇ ਸਪਸ਼ਟ ਆਖਿਆ ਕਿ ਜਿਹੜਾ ਬਿਜਲੀ ਦੀ ਵੰਡ ਦਾ ਖੇਤਰ ਹੈ ਜਿਹੜਾ, ਉਹਦੇ ਵਿੱਚ ਮੁਕਾਬਲਾ ਕੰਮ ਕਰੇਗਾ, ਯਾਨੀ ਕਿ ਪ੍ਰਾਈਵੇਟ ਪਲੇਅਰਸ ਜ਼ੋਰ ਸ਼ੋਰ ਨਾਲ ਆ ਜਾਣਗੇ। ਇਹੀ ਮਤਲਬ ਹੋਇਆ ਨਾ ਇਹਦਾ। ਤੇ ਪੰਜਾਬ ਵਰਗੇ ਸੂਬੇ ਸਨ ਜਿੱਥੇ ਬਿਜਲੀ ਪਹਿਲਾਂ ਹੀ ਬਹੁਤ ਮਹਿੰਗੀ ਹੈ, ਤੇ ਇਹਨਾਂ ਦਾ ਕੀ ਹੋਣੀ ਹੋਏਗੀ। ਤੇ ਖਾਸ ਕਰਕੇ ਜਦੋਂ ਕਣਕ ਜੀਰੀ ਬੀਜਣ ਵਾਲਾ ਇਹ ਲਾਉਣ ਵਾਲਾ ਇਹ ਸੂਬਾ ਆ, ਤੇ ਬਹੁਤੀ ਵਾਰੀ ਬਿਜਲੀ ਇਹਨਾਂ ਨੂੰ ਖੇਤੀ ਵੇਲੇ ਤਾਂ ਅਕਸਰ ਨਹੀਂ ਉਨੀ ਸੌਖੀ ਮਿਲਦੀ ਖੇਤੀ ਸੈਕਟਰ ਲਈ ਬਿਜਲੀ। ਜਦੋਂ ਇਹਨਾਂ ਨੇ ਪਾਣੀ ਲਾਉਣਾ ਹੁੰਦਾ ਫਸਲਾਂ ਨੂੰ, ਜਦੋਂ ਪਾਣੀ ਦੀ ਲੋੜ ਹੁੰਦੀ ਹੈ, ਤਾਂ ਫਿਰ ਪੰਜਾਬ ਕਿੱਥੇ ਜਾ ਖਲੋਵੇਗਾ। ਬਿਜਲੀ ਹੋਰ ਦੇਖੋ, ਪਹਿਲਾਂ ਜਿਹੜਾ ਇੱਕ ਇਸ਼ੂ ਐਨਰੌਨ ਦਾ
यूपीए की गवर्नमेंट वेले होया बड़ा फ्रॉड सीगा एनरॉन का, अज तक भी होएगा भी कंपनी ने मुनाफा च दिखा के फेल होया, वो महाराष्ट्र का ही एक तजर्बा। ਇਹਦੇ ਜੀ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਅਸੀਂ એનર્ਜੀ ਸੈਕਟਰ ਦੇ ਵਿੱਚ ਬਾੜਦੇ ਹਾਂ, ਚਾਹੇ ਉਹ ਸੋਲਰ એનર્ਜੀ ਹੋਵੇ ਚਾਹੇ ਇਹ ਹੋਵੇ ਇਲੈਕਟ੍ਰਿਸਿਟੀ। ਤੇ ਤਜਰਬਾ ਆ ਕਿ ਜਿੱਥੇ ਜਿੱਥੇ ਪ੍ਰਾਈਵੇਟ ਕੰਪਨੀ ਇਲੈਕਟ੍ਰਿਸਿਟੀ ਸੈਕਟਰ ਦੇ ਵਿੱਚ ਆਈ ਉੱਥੇ ਬਿਜਲੀ ਮਹਿੰਗੀ ਹੋਈ, ਜੇ ਉਹਦੇ ਤੇ ਕੋਈ ਅਸੀਂ ਕਾਬੂ ਨਹੀਂ ਕੀਤਾ। ਸੋ ਪੰਜਾਬ ਵੀ ਉਸੇ ਦਾ ਹੀ ਨਤੀਜਾ ਭੁਗਤ ਰਿਹਾ ਕਿ ਜਿਹੜਾ ਪਿਛਲੀ ਅਕਾਲੀ ਗਵਰਨਮੈਂਟ ਵੇਲੇ ਇੱਥੇ ਜਿਹੜੀਆਂ ਲੱਗੀਆਂ ਬਠਿੰਡੇ ਦੇ ਨੇੜੇ ਕੰਪਨੀਆਂ ਜਿਹੜੀਆਂ ਬਿਜਲੀ ਪੈਦਾ ਕਰਨ ਲਈ, ਉਹਦੇ 'ਚ ਅਸੀਂ ਐਸਾ ਐਗਰੀਮੈਂਟ ਕਰੇ ਹੋਏ ਹੈ ਕਿ ਪ੍ਰੋ ਕਾਰਪੋਰੇਟ ਕਿ ਅਸੀਂ 7-8-9 ਰੁਪਏ ਪਰ ਯੂਨਿਟ ਬਿਜਲੀ ਲੈ ਰਹੇ ਹਾਂ। ਸੋ ਜਿਹੜਾ ਬਿਜਲੀ ਬਿੱਲ 2020 ਸੀ, ਜਿਹੜੇ ਕਿਸਾਨ ਹੁਣ ਉਹਦੀ ਮੰਗ ਕਰਦਾ ਵੀ ਇਹ ਰੱਦ ਕਰੋ, ਤੇ ਆਰਡੀਨੈਂਸ ਸੀ, ਤੇ ਜਿਹੜਾ ਆਰਡੀਨੈਂਸ ਜਾਰੀ ਕਰਕੇ ਫਿਰ ਕੇਂਦਰ ਗਵਰਨਮੈਂਟ ਨੇ ਕਿਹਾ ਵੀ ਅਸੀਂ ਇਹਨੂੰ ਬੰਦ ਕਰ ਦਿੰਦੇ ਹਾਂ, ਉਹਦੇ ਵਿੱਚ ਸਾਰੇ ਦਾ ਸਾਰਾ ਸੈਕਟਰ ਕਾਰਪੋਰੇਟ ਨੂੰ ਦੇਣ ਦਾ ਹੀ ਇਹ ਪ੍ਰਾਵਧਾਨ ਆ, ਉਹਦੇ ਪ੍ਰੋਵੀਜ਼ਨ ਹੀ ਇਹ ਹੈ। ਸੋ ਜਿਹੜਾ ਸਾਡਾ ਆਲਰੇਡੀ ਚੱਲਦਾ ਸੈਕਟਰ ਹੈ ਔਰ ਠੀਕ ਠਾਕ ਚੱਲ ਰਿਹਾ ਬਿਜਲੀ ਸੈਕਟਰ ਸੀਗਾ, ਅਸੀਂ ਉਹਨੂੰ ਹੌਲੀ ਹੌਲੀ, ਵੈਸੇ ਸਾਰੇ ਸੈਕਟਰਾਂ ਨਾਲ ਹੀ ਹੋਇਆ। ਐਜੂਕੇਸ਼ਨ ਵੀ ਅਸੀਂ ਆਪਣੇ ਆਪ ਵੀਕ ਕਰੀ, ਫਿਰ ਪ੍ਰਾਈਵੇਟ ਸੈਕਟਰ ਪਣਪਣ ਦਿੱਤਾ। ਹੈਲਥ ਦਾ ਵੀ ਅਸੀਂ ਜਿਹੜੇ ਸਰਕਾਰੀ ਹਸਪੀਟਲ ਆ ਉਹਨਾਂ ਨੂੰ ਮਰਨ ਦਿੱਤਾ, ਤੇ ਫਿਰ ਉਹਨੂੰ ਪ੍ਰਾਈਵੇਟ ਨੂੰ ਉਹਨੂੰ ਪੂਰਾ ਉੱਥੇ ਪ੍ਰਫੁੱਲਤ ਹੋਣ ਦਾ ਮੌਕਾ ਦਿੱਤਾ। ਇਸੇ ਲਈ ਹੁਣ ਇਹ ਮਤਲਬ 2003 ਚ ਪਹਿਲਾਂ ਜਿਹੜਾ ਸੀਗਾ ਬਿਜਲੀ ਦਾ ਹੋਇਆ WTO ਦੇ ਅੰਡਰ ਹੀ ਹੋ ਰਿਹਾ ਉਹ ਸਾਰਾ ਕੁਛ, ਤੇ ਉਹਦੇ ਤੋਂ ਬਾਅਦ 2003 ਤੋਂ ਬਾਅਦ ਜਿਉਂ ਇਹ ਚੱਲਿਆ ਕਿ ਪ੍ਰਾਈਵੇਟ ਕੰਪਨੀਆਂ ਧੜਾ ਬਿਜਲੀ ਚਾਹੀਆਂ ਜਿਹੜੀਆਂ ਮੁਨਾਫਾ ਕਮਾ ਰਹੀਆਂ, ਕਿਉਂਕਿ ਬਿਜਲੀ ਤੋਂ ਬਿਨਾਂ ਹੁਣ ਕੋਈ ਬੰਦਾ ਰਹਿ ਨਹੀਂ ਸਕਦਾ। ਬਿਜਲੀ ਉਹਨੂੰ ਚਾਹੀਦੀ ਜ਼ਰੂਰ ਹੈ, ਚਾਹੇ ਉਹ ਇੰਡਸਟਰੀ ਹੋਵੇ, ਚਾਹੇ ਐਗਰੀਕਲਚਰ ਹੋਵੇ, ਚਾਹੇ ਘਰ ਹੋਵੇ। ਤੇ ਐਗਰੀਕਲਚਰ ਦੀ ਕਾਸਟ ਉਹਦੇ ਨਾਲ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਕਿ ਜੇ ਤੁਸੀਂ ਜਾਂ ਤਾਂ ਤੁਸੀਂ ਉਹਦੇ ਦੋ ਕੰਮ, ਜਿਵੇਂ ਪੰਜਾਬ 'ਚ ਫਿਰ ਤੁਸੀਂ ਉਹਨੂੰ ਕੈਲਕੂਲੇਟ ਕਰੋਗੇ ਅਸੀਂ ਇੰਨੀ ਸਬਸਿਡੀ ਦੇ ਰਹੇ ਹਾਂ ਐਗਰੀਕਲਚਰ ਨੂੰ, ਕਿਉਂਕਿ ਜੇ 9 ਰੁਪਏ ਯੂਨਿਟ ਦੇ ਹਿਸਾਬ ਨਾਲ ਕਰੋਗੇ ਤੇ ਜੇ 5 ਰੁਪਏ ਯੂਨਿਟ ਦੇ ਹਿਸਾਬ ਨਾਲ ਕਰੋਗੇ ਜੀ ਦੁੱਗਣੇ ਦਾ ਫਰਕ ਹੈ। ਤੇ ਕਿਸਾਨਾਂ ਦੇ ਬਲੇਮ ਲਾਓਗੇ ਜਾਂ ਉਹਨਾਂ ਨੂੰ ਇਹ ਕਹੋਗੇ ਅਸੀਂ ਤੁਹਾਨੂੰ ਇੰਨੀ ਸਬਸਿਡੀ ਦੇ ਰਹੇ। ਸੋ ਇਸ ਲਈ ਇਹ ਬੜਾ ਸੀਰੀਅਸ ਮਾਮਲਾ ਕਿ ਜਿਹੜੇ ਤੁਸੀਂ ਆਇਲ ਦੇ ਵਿੱਚ, ਬਿਜਲੀ ਦੇ ਵਿੱਚ, ਟਰਾਂਸਪੋਰਟ ਜਿਹੜੀ ਰੇਲਵੇ ਦੇ ਵਿੱਚ ਜਿਹੜੀ ਪਬਲਿਕ ਟਰਾਂਸਪੋਰਟ ਹੈ, ਬੱਸਾਂ ਤੱਕ ਤਾਂ ਚੱਲੀ ਜਾ ਰਿਹਾ ਸੀ, ਕਿ ਰੇਲਵੇ ਦੇ ਵਿੱਚ ਵੀ ਤੁਸੀਂ ਉਹਨੂੰ ਕਰੋ, ਜਿਹੜਾ ਮੇਰੇ ਖਿਆਲ 'ਚ ਗਰੀਬ ਲੋਕਾਂ ਦੇ, ਆਮ ਲੋਕਾਂ ਦੇ ਖਿਲਾਫ ਜਾਂਦਾ। ਸਗੋਂ ਇਹਨਾਂ ਨੂੰ ਤਕੜਾ ਕਰਨ ਦੀ ਪਲਾਨਿੰਗ ਹੋਣੀ ਚਾਹੀਦੀ ਹੈ। ਪਲਾਨਿੰਗ ਕਮਿਸ਼ਨ ਹੁਣ ਖਤਮ ਹੋ ਗਿਆ, ਹੁਣ ਨੀਤੀ ਆਯੋਗ ਦੇਖੋ ਉਹਨੂੰ ਕੰਮ ਕੀ ਦਿੱਤਾ। ਨੀਤੀ ਆਯੋਗ ਨੂੰ ਡਿਸਇਨਵੈਸਟਮੈਂਟ ਕਰਨ ਲਈ ਕਿ 1,75,000 ਕਰੋੜ ਦੀ ਡਿਸਇਨਵੈਸਟ ਕਿਹੜੀ ਹੋਊਗੀ, ਉਹ ਕੰਪਨੀਆਂ ਦੀ ਲਿਸਟ ਨੀਤੀ ਆਯੋਗ ਦਊਗਾ। ਨੀਤੀ ਆਯੋਗ ਪਬਲਿਕ ਸੈਕਟਰ ਨੂੰ ਸਟਰੋਂਗ ਕਰਨ ਲਈ ਜਿਹੜੇ ਸੁਜੈਸ਼ਨ ਆ ਜਾਂ ਹੋਰ ਆ ਉਹ ਨਹੀਂ, ਉਹਦੇ ਚੋਂ ਉਹਨੂੰ ਵੀਕ ਕਰਨ ਲਈ, ਉਹਨੂੰ ਵੇਚਣ ਲਈ ਜਿਹੜਾ ਸੁਜੈਸ਼ਨ ਨੀਤੀ ਆਯੋਗ ਦੇ ਜੁਮੇ ਲਾਏ ਗਏ। ਜਿਸ ਤਰ੍ਹਾਂ ਆਪਾਂ ਹੈਲਥ ਸੈਕਟਰ ਦੀ ਵੀ ਗੱਲ ਕਰ ਲਈ ਕਿ ਹੈਲਥ ਸੈਕਟਰ ਦਾ ਕਿੰਨਾ ਮਾੜਾ ਹਾਲ ਹੈ, ਜਾਂ ਲੋਕਾਂ ਦੇ ਹੱਕ 'ਚ ਘੱਟੋ ਘੱਟ ਨਹੀਂ ਭੁਗਤਿਆ ਜੋ ਸਾਡਾ ਜਨਤਕ ਹੈਲਥ ਸੈਕਟਰ ਸੀ, ਸਿਹਤ ਖੇਤਰ ਸੀ। ਤੇ ਆਪਾਂ ਹੁਣ ਜੇ ਗੱਲ ਐਜੂਕੇਸ਼ਨ ਦੀ ਕਰੀਏ ਤਾਂ ਉਹ ਕਹਿ ਰਹੇ ਨੇ ਇੱਕ ਹਾਇਰ ਐਜੂਕੇਸ਼ਨ ਕਮਿਸ਼ਨ ਬਣਾਇਆ ਜਾਏਗਾ, ਲੇਹ ਸੈਂਟਰਲ ਯੂਨੀਵਰਸਿਟੀ ਹੋਏਗੀ, ਤੇ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਾਈਵੇਟ ਭਾਈਵਾਲੀ ਨਾਲ ਜਾਂ ਪ੍ਰਾਈਵੇਟ ਲੋਕਾਂ ਦੀ ਮਦਦ ਨਾਲ ਤੇ 100 ਦੇ ਕਰੀਬ ਸੈਨਿਕ ਸਕੂਲ ਖੋਲੇ ਜਾਣਗੇ। ਤੇ ਜਦੋਂ ਕਿ ਹੁਣ ਤੱਕ ਸਿੱਖਿਆ ਦਾ ਜਿਹੜੀ ਪ੍ਰਾਈਵੇਟ ਭਾਈਵਾਲੀ ਨਾਲ ਜਿਹੜਾ ਸਿੱਖਿਆ ਦਾ ਸਕੂਲਿੰਗ ਦਾ ਖੇਤਰ ਦਾ ਨੁਕਸਾਨ ਹੋਇਆ ਹੈ, ਜਾਂ ਜਿਹੋ ਜੀ ਸਾਡੀ ਸਿੱਖਿਆ ਨੀਤੀ ਨਵੀਂ ਹਾਲ ਹੀ ਵਿੱਚ 2020 ਵਿੱਚ ਆਈ ਸੀ, ਜਿਸ ਤਰ੍ਹਾਂ ਉਹਦਾ ਵਿਰੋਧ ਹੋਇਆ ਸੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਨਵੇਂ 100 ਸੈਨਿਕ ਸਕੂਲ ਖੋਲੇ ਜਾਣਗੇ ਖਾਸ ਤੌਰ ਤੇ NGOs ਤੇ ਪ੍ਰਾਈਵੇਟ ਭਾਈਵਾਲੀ ਨਾਲ, ਉਹਨਾਂ ਦੀ ਮਦਦ ਨਾਲ, ਇਹਦੇ ਕੀ ਮਾਇਨੇ ਨੇ? ਦੇਖੋ, ਸੈਨਿਕ ਸਕੂਲ ਖੁੱਲਣ ਚੰਗੀ ਗੱਲ ਹੈ, ਸੈਂਟਰਲ ਯੂਨੀਵਰਸਿਟੀ ਖੁੱਲੇ ਚੰਗੀ ਗੱਲ ਹੈ, ਲੇਕਿਨ ਉਹ ਸਰਕਾਰ ਆਪਣੇ ਬਲਬੂਤੇ ਤੇ ਕਿਉਂ ਨਹੀਂ ਚਲਾ ਸਕਦੀ ਸਕੂਲ? ਸੈਨਿਕ ਸਕੂਲ ਚੰਗੇ ਚੱਲੇ ਆ, ਬਹੁਤ ਸਾਰੇ ਥਾਵਾਂ ਤੇ ਹੈਗੇ ਆ, ਤੇ ਉਹ ਆਪਣੇ ਬਲਬੂਤੇ ਤੇ ਚਲਾਵੇ, ਚੰਗੀ ਗੱਲ ਹੈ, ਖੋਲੋ ਤੇ ਉਹਨੂੰ ਉੱਥੇ ਐਜੂਕੇਸ਼ਨ ਦਿਓ। ਲੇਕਿਨ ਜਿਹੜੀ ਐਜੂਕੇਸ਼ਨ ਪਾਲਿਸੀ ਲਾਗੂ ਹੋ ਗਈ, ਬਹੁਤ ਸਾਰੀਆਂ ਸਟੇਟਾਂ ਨੇ ਤਾਂ ਲਾਗੂ ਕਰਤੀ, ਉਹਦੇ ਵਿੱਚ ਤਾਂ ਪ੍ਰੋਵੀਜ਼ਨ ਹੀ ਇਸ ਤਰ੍ਹਾਂ ਦੀ ਹੈ ਜਿਹੜੀ ਤੁਸੀਂ ਮਤਲਬ 3000 ਤੋਂ ਥੱਲੇ ਜਿਹੜਾ ਕਾਲਜ ਨਹੀਂ ਹੋਊਗਾ, ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਜਿੰਨੀਆਂ ਪਹਿਲਾਂ ਬਣੀਆਂ ਵੀ ਹੈ
ਉਹ ਹਾਲੇ ਬਹੁਤ ਜ਼ਿਆਦਾ ਸਟਰੋਂਗ ਤੁਸੀਂ ਨਹੀਂ ਕਰ ਪਾਏ, ਚਾਹੇ ਉਹ ਪੰਜਾਬ ਦੀ ਦੇਖ ਲਓ, ਚਾਹੇ ਉਹ ਹਰਿਆਣੇ ਦੀ ਦੇਖ ਲਓ, ਫਿਰ ਉਹ ਹਿਮਾਚਲ ਦੀ ਦੇਖ ਲਓ। ਮੈਂ JNK ਜਿਹੜੇ 2 ਯੂਨੀਵਰਸਿਟੀਆਂ ਪਹਿਲਾਂ ਕਸ਼ਮੀਰ ਤੇ ਜੰਮੂ 'ਚ ਹੈਗੀਆਂ, ਉਹਨਾਂ ਨੂੰ ਸਟਰੋਂਗ ਕਰਨ ਲਈ ਵੀ ਤਾਂ ਕੁਛ ਹੋਣਾ ਚਾਹੀਦਾ ਨਾ, ਜਿਹੜੀਆਂ ਪਹਿਲਾਂ ਚੱਲ ਰਹੀਆਂ। ਔਰ ਦੂਜਾ ਜਿਹੜੀਆਂ ਸਟੇਟ ਯੂਨੀਵਰਸਿਟੀਆਂ ਹੈਗੀਆਂ, ਜਿਹੜੀਆਂ ਸਟੇਟ ਗਵਰਨਮੈਂਟ ਚਲਾ ਰਹੀਆਂ, ਉਹਨਾਂ ਦਾ ਤਾਂ ਬਹੁਤ ਬੁਰਾ ਹਾਲ ਹੈ। ਉਹਨਾਂ ਨੂੰ ਪੈਸੇ ਹੀ ਨਹੀਂ ਹੈਗੇ, ਉਹਨਾਂ ਨੂੰ ਜਿਹੜੀਆਂ ਤਨਖਾਹਾਂ ਨਹੀਂ ਮਿਲ ਰਹੀਆਂ ਮੁਲਾਜ਼ਮਾਂ ਨੂੰ। ਸੋ ਇਸ ਲਈ ਚਾਹੀਦਾ ਹੈ ਕਿ ਐਜੂਕੇਸ਼ਨ ਚਾਹੀਦੀ ਹੈ, ਸਕੂਲ ਵੀ ਚਾਹੀਦੇ, ਕਾਲਜ ਵੀ ਚਾਹੀਦੇ ਆ, ਲੇਕਿਨ ਉਹਦਾ ਜਿੰਨੀ ਵੱਡੀ ਇਨਵੈਸਟਮੈਂਟ ਚਾਹੀਦੀ ਹੈ ਉਹਦਾ ਤਾਂ ਕੋਈ ਜ਼ਿਕਰ ਹੈ ਨਹੀਂ ਇਸ ਬਜਟ ਦੇ ਵਿੱਚ। ਨਹੀਂ, ਪਰ ਜਿਸ ਤਰ੍ਹਾਂ ਕਿ ਇਹਨਾਂ ਨੇ ਪ੍ਰਾਈਵੇਟ ਭਾਈਵਾਲੀ ਅਤੇ NGO ਸ਼ਬਦ ਵਿੱਚ ਲਿਆਂਦਾ ਆ, NGOs ਮੀਨਸ ਇਹੋ ਜਿਹੀਆਂ ਵੀ NGOs ਹੋ ਸਕਦੀਆਂ ਨੇ, ਕਿਉਂਕਿ ਇੱਕ ਜਰਨਲਿਸਟ ਦਾ ਇਹ ਕਹਿਣਾ ਸੀ, ਇਹ ਦਾਵਾ ਸੀ ਇੱਕ ਸੀਨੀਅਰ ਜਰਨਲਿਸਟ ਦਾ ਭਾਰਤ ਦੇ ਦਾ, ਇਹ ਮੰਨਣਾ ਆ ਕਿ ਜਿਹੜੀ ਸਾਡੇ PSQs ਨੇ, ਜਿਹੜੇ PSQ ਜਨਤਕ ਅਦਾਰੇ ਨੇ ਜਿਹੜੇ ਵੱਡੇ, ਉਹਨਾਂ ਦਾ ਜਿਹੜਾ ਇੱਕ ਕਾਰਪੋਰੇਟ ਰਿਸਪੌਂਸਿਬਿਲਟੀ ਵਾਲਾ ਜਿਹੜਾ ਫੰਡ ਹੁੰਦਾ, ਉਹ ਫੰਡ ਬਹੁਤੇ ਜ਼ਿਆਦਾ ਇਹਨਾਂ ਦੇ ਜਿਹੜੇ RSS ਵਗੈਰਾ ਦੀਆਂ, ਇਹਨਾਂ ਦੀਆਂ ਆਪਣੀਆਂ NGOs ਨੇ, ਉਹਨਾਂ ਨੂੰ ਚਲੇ ਜਾਂਦੇ ਨੇ ਬਹੁਤੇ ਫੰਡ। ਤਾਂ ਕੀ ਆਪਾਂ ਇਹ ਮੰਨੀਏ ਕਿ ਇਹ ਉਹਨਾਂ NGOs ਨੂੰ ਵਿੱਚ ਇਹਦੇ ਦਾਖਲ ਕਰਕੇ ਜਾਂ ਉਹਨਾਂ ਨੂੰ ਐਂਟਰੀ ਦੇ ਕੇ ਕਿਸੇ ਨਾ ਕਿਸੇ ਤਰ੍ਹਾਂ ਸਿੱਖਿਆ ਦਾ ਆਪਣਾ ਏਜੰਡਾ ਲਾਗੂ ਵੀ ਕਰਨਗੇ, ਇਹਦੇ ਲਈ ਵੀ ਇੱਕ ਵਿਵਸਥਾ ਤਿਆਰ ਕੀਤੀ ਜਾ ਰਹੀ ਹੈ? ਦੇਖੋ ਇਹ ਗੱਲ ਬਿਲਕੁਲ ਠੀਕ ਹੈ। ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਉਹਦੇ ਚ NGO ਦਾ ਜ਼ਿਕਰ ਹੈ, ਉਹਦੇ ਚ ਹੈ ਕਿ NGO ਦੀ ਹੈਲਪ ਲਈ ਜਾਓਗੇ, ਪਰ NGO ਜਿਹੜਾ ਆਪਣੇ ਆਪ ਚ ਏਡਾ ਵੱਡਾ ਕਪੜਾ, ਬਹੁਤ ਸਾਰੀਆਂ, ਮੈਂ ਸਾਰੀਆਂ ਨਹੀਂ ਕਹਿੰਦਾ, ਬਹੁਤ ਸਾਰੀਆਂ ਚੰਗਾ ਕੰਮ ਵੀ ਕਰ ਰਹੀਆਂ, ਲੇਕਿਨ ਬਹੁਤ ਸਾਰੀਆਂ ਦੇ ਪੈਸੇ ਦਾ ਤਾਂ ਕੋਈ ਪਤਾ ਹੀ ਨਹੀਂ, ਉਹਦਾ ਕੋਈ ਹੈ ਨਹੀਂ। ਇਹਦੇ ਵਿੱਚ ਹੀ ਜਿਹੜੀ ਗੱਲ ਤੁਸੀਂ ਕਹਿੰਦੇ, ਉਹਦਾ ਖਦਸ਼ਾ ਜਿਹੜਾ ਇੱਕ ਨੈਸ਼ਨਲ ਲੈਂਗੁਏਜ ਟਰਾਂਸਲੇਸ਼ਨ ਹਾਂਜੀ ਮਿਸ਼ਨ, ਉਹਦੇ ਜ਼ਿਕਰ ਵੀ ਹੈਗਾ। ਉਹਦੇ ਚ ਮੈਨੂੰ ਨਹੀਂ ਇਹ ਸਮਝ ਲੱਗੀ ਕਿ ਜਿਹੜੀ ਨੈਸ਼ਨਲ ਲੈਂਗੁਏਜ ਕਿਹੜੀ ਦੀ ਗੱਲ ਕਰਦੇ ਆ, ਇਹ ਸਿਰਫ ਹਿੰਦੀ ਦੀ ਗੱਲ ਕਰਦੇ ਆ ਜਾਂ ਹੋਰ ਦੀ ਗੱਲ ਕਰਦੇ ਆ। NGO ਲੈ ਕੇ ਸਕੂਲ ਚਲਾਓ, ਉਹਦੇ ਵਿੱਚ ਆਪਣਾ ਏਜੰਡਾ ਲਾਗੂ ਕਰੋ। ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਉਹਦੇ ਚ ਵੀ ਟ੍ਰੈਡੀਸ਼ਨਲ ਵੈਲਿਊ ਸਿਸਟਮ, ਉਹਦੇ ਚ ਐਥਿਕਸ ਪੁਰਾਣੇ, ਉਹਦੇ ਸਾਡਾ ਉਹਦਾ ਜ਼ਿਕਰ ਹੈਗਾ। ਸੋ ਇਸ ਲਈ ਜਦੋਂ ਤੁਸੀਂ NGO ਦੀ ਗੱਲ ਕਰਦੇ ਹੋ, ਕਿਸੇ ਹਿਸਾਬ ਚ ਪੈਸੇ ਦਿਓਗੇ, ਉਹਦੀ ਹੈਲਪ ਕਰੋਗੇ ਤੇ NGO ਨੂੰ ਚਲਾਓਗੇ। ਮੈਂ ਇਸੇ ਲਈ ਪਹਿਲਾਂ ਕਿਹਾ ਸੀਗਾ ਕਿ ਸਰਕਾਰ ਕਿਉਂ ਨਹੀਂ ਚਲਾਉਂਦੀ ਜਿਹੜੇ ਆਰਮੀ ਸਕੂਲ ਹੈ, ਤੇ ਸਰਕਾਰ ਕਿਉਂ ਨਹੀਂ ਚਲਾ ਸਕਦੀ ਹੈ। ਜਿਹਦਾ ਮਤਲਬ ਤੁਸੀਂ NGO ਦਾ ਜ਼ਿਕਰ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਆਲਰੇਡੀ ਰੱਖੇ ਹੋਏ ਹੈ, ਤੇ ਕਿਹੜੇ ਬੰਦੇ ਕਿਹਨੂੰ ਦਿਓਗੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਦੀ ਗੱਲ ਹੋਣ ਵਾਲੀ ਹੈ। ਜਿਸ ਤਰ੍ਹਾਂ ਆਪਾਂ ਗੱਲ ਸਮੇਟਦੇ ਆ, ਮੈਂ ਕਹਿਣਾ ਤੁਹਾਡੇ ਨਾਲ ਇਹ ਸਵਾਲ ਕਰਨਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਇਸ ਬਜਟ ਵਿੱਚ ਸਰਕਾਰ ਨੇ ਆਖਿਆ ਕਿ ਜਿਹੜੇ ਸਸਤੇ ਘਰ ਨੇ ਉਹਨਾਂ ਤੇ ਲੋਨ ਲਈ 1 ਸਾਲ ਦੀ ਛੂਟ ਦਿੱਤੀ ਹੈ, ਜਿਹੜੇ ਨਵੇਂ ਸਟਾਰਟਅਪਸ ਨੇ ਉਹਨਾਂ ਨੂੰ 1 ਸਾਲ ਦੀ ਜਿਹੜਾ ਟੈਕਸਾਂ ਵਿੱਚ ਟੈਕਸ ਹੌਲੀਡੇ 1 ਸਾਲ ਹੋਰ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਪ੍ਰਚਾਰਨੁਮਾ ਇਹ ਫਿਕਰੇ ਉਹਨਾਂ ਨੇ ਬੋਲੇ ਨੇ ਜਾਂ ਇੱਕ ਪੇਸ਼ ਕੀਤਾ ਆ ਇੱਕ ਵਿਚਾਰ ਕੇ ਜਿਹੜਾ GST ਹੈ ਉਹਨੂੰ ਸੌਖਾ ਕੀਤਾ ਜਾਏਗਾ। ਹੋਰ ਇਹੋ ਜਿਹੀਆਂ ਕੁਛ ਲੁਭਾਉਣੀਆਂ ਜਿਹੀਆਂ ਗੱਲਾਂ ਤਾਂ ਕੀਤੀਆਂ ਗਈਆਂ ਨੇ, ਪਰ ਓਵਰਆਲ ਮੇਰਾ ਇਹ ਸਮੇਟਦੇ ਆ, ਆਪਣੀ ਇਹ ਗੱਲਬਾਤ ਸਮੇਟਦੇ ਆ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਡਾਕਟਰ ਸਾਹਿਬ ਇਹ ਜ਼ਰੂਰ ਦੱਸ ਦਿਓ ਕਿ ਮੋਟੇ ਜਿਹੇ ਤੌਰ ਤੇ ਇਹ ਬਜਟ ਸਿੱਧੇ ਸਾਦੇ ਸ਼ਬਦਾਂ ਵਿੱਚ ਇਹ ਕੀ ਕਹਿ ਰਿਹਾ ਕਿ ਆਮ ਲੋਕਾਂ ਨੂੰ ਇਹਦਾ ਕਿਸ ਤਰ੍ਹਾਂ ਲਾਭ ਹੋਏਗਾ ਤੇ ਕਿਸ ਤਰ੍ਹਾਂ ਲਾਭ ਹੋਏਗਾ ਜਾਂ ਕਿਸ ਤਰ੍ਹਾਂ ਨਹੀਂ ਹੋਏਗਾ। ਤੇ ਵੱਡੇ ਜਿਹੜੇ ਨੇ ਲੋਕ ਨੇ, ਬਹੁਤ ਪੈਸੇ ਵਾਲੇ, ਅਸਲ ਰਸੂਖ ਵਾਲੇ, ਤੇ ਜਿਨ੍ਹਾਂ ਦੀ ਚੱਲਦੀ ਵੀ ਹੈ, ਸਾਰੀਆਂ ਪਾਲਿਸੀ ਮੇਕਿੰਗ ਵਿੱਚ ਚੱਲਦੀ ਹੈ ਤੇ ਉੱਗਦੀ ਹੈ ਉਹਨਾਂ ਦੀ, ਤੇ ਉਹਨਾਂ ਨੂੰ ਇਹ ਕੀ ਦੇ ਕੇ ਜਾ ਰਿਹਾ ਹੈ ਬਜਟ? ਦੇਖੋ, ਇਹ ਬਜਟ ਪੇਸ਼ ਹੋਣ ਤੋਂ ਬਾਅਦ ਫਿੱਕੀ ਨੇ ਇਹਦਾ ਵੈਲਕਮ ਕਰਤਾ। ਸਾਡਾ ਸੈਂਸੈਕਸ ਜਿਹੜਾ ਉਹ ਕੋਈ 1150 ਪੁਆਇੰਟ ਉਛਲ ਗਿਆ ਹਾਂਜੀ। ਉੱਥੇ ਜਿਹੜਾ ਸਾਰਾ ਕੁਝ, ਇਹਦਾ ਮਤਲਬ ਉਹੀ ਬੰਦਾ ਖੁਸ਼ ਹੋਊਗਾ ਜਿਹਨੂੰ ਇਹਦਾ ਜ਼ਿਆਦਾ ਫਾਇਦਾ ਹੁੰਦਾ ਹੋਊਗਾ। ਇਹਦਾ ਰੌਲਾ ਹੈਗਾ ਕਿ ਇਹ ਨਿੱਜੀਕਰਨ ਦੇ ਵਿੱਚ ਮੈਂ ਟੋਕਣਾ ਚਾਹੁੰਦੀ ਹਾਂ ਕਿ 11 ਵਜੇ ਸਾਡੀ ਵਿੱਤ ਮੰਤਰੀ ਜੀ ਨੇ ਬਜਟ ਪੇਸ਼ ਕਰਨਾ ਸ਼ੁਰੂ ਕਰਤਾ ਤੇ 11:05 ਤੇ ਕਿ 11:10 ਤੇ ਅਰਨਬ ਗੋਸਵਾਮੀ ਦੀ ਟਵੀਟ ਸੀ ਕਿ ਦਿਸ ਇਜ਼ ਹਿਸਟੋਰੀਕਲ ਬਜਟ। 11:05-10 ਤੇ ਇਹ ਟਵੀਟ ਸੀ। ਹਾਂਜੀ, ਅੱਗੇ ਦੱਸੋ, ਤੁਸੀਂ ਅੱਗੇ ਬੋਲੋ।
ਮਤਲਬ ਹਰੇਕ ਬਜਟ ਦੀ ਹਿਸਟੋਰੀਕਲ ਬਜਟ ਕਹੀ ਜਾਓ, ਤੁਸੀਂ ਹੋਰ ਕੁਝ ਕਹੀ ਜਾਓ, ਜਿਹੜੇ ਬੇਸਿਕ ਮੁੱਦੇ ਆ, ਇੱਕ ਰੁਜ਼ਗਾਰ ਦਾ ਮੁੱਦਾ, ਤੁਹਾਡੀ ਸਿਹਤ ਦਾ ਜਿਹੜਾ ਵੱਡਾ ਮੁੱਦਾ, ਐਜੂਕੇਸ਼ਨ ਦਾ ਵੱਡਾ ਮੁੱਦਾ, ਖੇਤੀਬਾੜੀ ਨੂੰ ਆਪਣੇ ਪੈਰ ਸਿਰ ਜਿਹੜਾ ਪੋਜ਼ਿਟਿਵ ਸੀਗੀ ਉਹਦੇ 'ਚ ਇਨਫਰਾਸਟਰਕਚਰ ਦਾ ਮੁੱਦਾ, ਇਹ ਸਾਰੇ ਮੁੱਦੇ ਜਿਹੜੇ ਆ ਉਹ ਇਸ ਬਜਟ ਦੇ ਵਿੱਚੋਂ ਜਿਹੜਾ ਆਮ ਬੰਦਾ ਉਹਨੂੰ ਬਹੁਤ ਕੁਝ ਨਹੀਂ ਲੱਭਦਾ ਇਹਦੇ 'ਚੋਂ। ਉਹ ਸਿਰਫ ਇਹੀ ਹੈ ਕਿ ਫ੍ਰੀ ਵੈਕਸੀਨ ਤੁਸੀਂ ਹੈਲਥ ਦੀ ਮਿਲ ਜੂਗੀ, ਲੇਕਿਨ ਉਹ ਵੀ ਤੁਹਾਡੇ ਲੋਕਾਂ ਦੇ ਟੈਕਸ ਦੇ ਵਿੱਚੋਂ ਹੀ ਆਉਣੀ ਹੈ। ਤੇ ਜਿਹੜੀ ਐਗਰੀਕਲਚਰ ਦਾ ਇਨਫਰਾਸਟਰਕਚਰ ਡਿਵੈਲਪ ਹੋਣਾ, ਉਹ ਵੀ ਐਗਰੀਕਲਚਰ ਦੇ ਵਿੱਚੋਂ ਹੀ ਜਿਹੜਾ ਕੋਸ਼ਿਸ਼ ਹੋ ਰਹੀ ਹੈ ਕਿ ਉਹਨਾਂ ਦੀਆਂ ਜਿਹੜੇ ਗਰੀਬ ਬੰਦੇ ਦੇ ਉੱਤੇ ਹੀ ਟੈਕਸ ਲਾ ਕੇ, ਕਿਉਂਕਿ ਚਣੇ ਹੋ ਗਏ ਤੇ ਮਟਰ ਹੋ ਗਏ ਜਾਂ ਫਿਰ ਇਹ ਸੇਬ ਹੋ ਗਏ ਜਾਂ ਸੋਇਆਬੀਨ ਦਾ ਤੇਲ ਹੋ ਗਿਆ ਜੀ, ਸਨਫਲਾਵਰ ਦਾ ਤੇਲ ਹੋ ਗਿਆ, ਪਾਮ ਆਇਲ ਹੋ ਗਿਆ, ਇਹ ਸਾਰਿਆਂ ਦੇ ਹੀ ਸੈਸ ਲਾਤਾ, ਉਹਨੂੰ ਹੀ ਉਹਦੇ ਤੇ ਹੀ ਵਜਨ ਪੈਣਾ। ਸੋ ਇਸ ਲਈ ਜਿੱਡਾ ਵੱਡਾ ਸੰਕਟ ਇੰਡੀਅਨ ਇਕੋਨਮੀ ਦਾ ਹੈਗਾ, ਉਸ ਇਕੋਨਮੀ ਦੇ ਵਿੱਚੋਂ ਕੱਢਣ ਲਈ ਕਿ ਲੋਕਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਦੀ ਆਮਦਨ ਜਿਹੜੀ ਘਟੀ, ਬਹੁਤ ਸਾਰੇ ਲੋਕਾਂ ਦੀ ਉਹ ਵਧੇ, ਤੇ ਜਿਹੜੀ ਕੁਪੋਸ਼ਣ ਦਾ ਸ਼ਿਕਾਰ ਬੱਚੇ ਆ ਜਾਂ ਹੋਰ ਆ, ਉਹ ਸਾਡੀ ਜਿਹੜੀ ਹਾਲਤ ਆ ਬੰਗਲਾਦੇਸ਼ ਨੇਪਾਲ ਨਾਲੋਂ ਵੀ ਮਾੜੀ ਹੈ, ਉਹਨੂੰ ਕੁਛ ਕੀਤਾ ਜਾਵੇ। ਉਸ ਤਰ੍ਹਾਂ ਦਾ ਪ੍ਰੋ ਪੀਪਲ ਜਿਹੜਾ ਉਹ ਇਹਦੇ ਚੋਂ ਮਿਸਿੰਗ ਲੱਗਦਾ। ਇਹ ਨਿੱਜੀਕਰਨ ਤੇ ਪ੍ਰੋ ਕਾਰਪੋਰੇਟ ਦਾ ਜ਼ਿਆਦਾ ਪੱਖ ਪੂਰਿਆ ਗਿਆ ਲੱਗਦਾ। ਇਸੇ ਲਈ ਮੈਂ ਕਹਿ ਰਿਹਾ ਸੀਗਾ ਕਿ ਜਿਹੜਾ ਬਾਜ਼ਾਰ ਹੈ ਸੈਂਸੈਕਸ ਹੈ ਉਹ ਉਛਲਿਆ, ਤੇ ਆਤਮ ਨਿਰਭਰ ਦੇ ਨਾਂ ਤੇ ਬਹੁਤ ਕੁਝ ਕਿਹਾ ਗਿਆ, ਪਰ ਉਹ ਸਾਰੇ ਦਾ ਸਾਰਾ ਜਿਹੜਾ ਉਹ ਇੱਕ ਵੱਡਾ ਆਤਮ ਨਿਰਭਰ ਇੱਕ ਐਸਾ ਸ਼ਬਦ ਹੈ ਜਿਹਦੇ ਤੁਸੀਂ ਕੋਈ ਸਿਰਾ ਫੜਨ ਲੱਗੋ ਤੁਹਾਨੂੰ ਸਿਰਾ ਲੱਭਦਾ ਨਹੀਂ ਗਾ, ਕਿ ਇੱਕ ਗਰੀਬ ਬੰਦੇ ਦਾ ਆਤਮ ਨਿਰਭਰ ਹੋਣਾ, ਇੱਕ ਕਾਰਪੋਰੇਟ ਦਾ ਆਤਮ ਨਿਰਭਰ ਹੋਣਾ ਬਹੁਤ ਵੱਡਾ ਜਿਹੜਾ ਉਹਦੇ 'ਚ ਅੰਤਰ ਹੈ। ਸੋ ਇਸ ਲਈ ਇਸ ਬਜਟ 'ਚੋਂ ਕਿ ਜਿੱਡਾ ਕ੍ਰਾਈਸਿਸ ਹੈਗਾ ਤੇ ਡਿਸਇਨਵੈਸਟਮੈਂਟ ਕਰਕੇ ਅਸੀਂ ਆਪਣਾ ਫਿਸਕਲ ਡੈਫਿਸਿਟ ਥੱਲੇ ਰੱਖੀਏ, 9.5 ਤੇ ਹੀ ਲਿਆਈਏ, ਤੇ ਆਮ ਲੋਕਾਂ ਨੂੰ ਰਾਹਤ ਦੀ ਜਿਹੜੀ ਗੱਲ ਹੈ ਕਿ ਉਹ ਮਿਲੇ, ਉਹ ਇਹਦੇ 'ਚੋਂ ਮਿਸਿੰਗ ਲੱਗਦੀ ਹੈ ਇਸ ਬਜਟ 'ਚੋਂ। ਤੇ ਮੈਨੂੰ ਲੱਗਦਾ ਇਹਦੀ ਗਰਾਊਂਡ ਪਹਿਲਾਂ ਹੀ ਬਣਾ ਲਈ ਗਈ ਸੀ, ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਇਹ ਮਿੰਨੀ ਬਜਟ ਅਸੀਂ ਪਹਿਲਾਂ ਪੇਸ਼ ਕਰ ਚੁੱਕੇ ਹਾਂ, ਹੁਣ ਫੇਰ ਇੱਕ ਜਿਹੜਾ ਬਜਟ ਹੋਊਗਾ ਇਹ ਵੀ ਮਿੰਨੀ ਬਜਟ ਹੀ ਹੋਊਗਾ। ਤੇ ਇਸ ਕਰਕੇ ਇਹਦੇ 'ਚ ਜਿਹੜੀ ਉਹਨਾਂ ਨੇ ਸਾਰੇ ਕਾਸੇ ਦਾ ਟੋਟਲ ਅਲਟਰਨੇਟਿਵ ਆਤਮ ਨਿਰਭਰ ਭਾਰਤ ਪੈਕੇਜ ਦਾ ਹੁਣ ਇਹਨਾਂ ਨੇ ਇਸ ਬਜਟ 'ਚ ਕਿਹਾ, ਉਹ ਕਹਿੰਦੇ 27.1 ਲੱਖ ਕਰੋੜ ਰੁਪਈਏ ਦਾ ਟੋਟਲ ਆਤਮ ਨਿਰਭਰ ਭਾਰਤ ਪੈਕੇਜ ਹੈ, ਜਿਹੜੇ ਪਿਛਲੇ 20 ਲੱਖ ਦੇ ਹੋਰ ਉਹ ਵਿੱਚ ਪਾ ਲਏ ਸਾਰੇ। ਤੇ ਉਹ ਇੱਕ ਐਸਾ ਮਤਲਬ ਅੰਕੜਿਆਂ ਦਾ ਹਿਸਾਬ 'ਚ ਕੀਤਾ ਕਿ ਜਿਹੜਾ ਆਮ ਬੰਦਾ ਉਹ ਇਸ ਸ਼ਬਦਾਵਲੀ 'ਚ ਉਲਝ ਜੇ ਤੇ ਉਹਦੇ ਲਈ ਨਿਕਲਦਾ ਕੀ ਹੈ। ਤੇ ਜਿਹੜੀ ਮੈਂ ਗੱਲ ਕਹਿਣਾ ਕਿ ਉਹਨਾਂ ਨੂੰ PDS ਸਿਸਟਮ ਰਾਹੀਂ ਅਨਾਜ ਪ੍ਰੋਵਾਈਡ ਕਰਨ ਦੀ, ਉਹਨਾਂ ਦੀ ਮਿਨੀਮਮ ਇਨਕਮ ਸਿਕਿਉਰ ਕਰਨ ਲਈ 7500 ਰੁਪਏ ਪਰ ਫੈਮਿਲੀ ਉਹਨਾਂ ਨੂੰ ਰਾਹਤ ਦੇਣ ਦੀ, ਤੇ ਉਹ ਤਾਂ ਕੀ ਮਤਲਬ ਨਹੀਂ ਹੋਈ। ਉਹਦੀ ਬਜਾਏ ਜਿਹੜਾ ਸੈਸ ਤੁਸੀਂ ਤੇਲ ਤੇ ਵੀ ਲਾਤਾ, ਤੇ ਫਿਰ ਜਿਹੜਾ ਇਨਫਰਾਸਟਰਕਚਰ ਐਗਰੀਕਲਚਰ ਲਈ ਉਹਦੇ ਤੇ ਦਾਲਾਂ ਤੇ ਤੇਲਾਂ ਤੇ ਲਾਇਆ, ਖਾਣ ਵਾਲੇ ਤੇਲਾਂ ਦੇ, ਉਹਦੇ ਨਾਲ ਮੈਨੂੰ ਲੱਗਦਾ ਆਮ ਬੰਦੇ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ 'ਚ ਇਸ ਬਜਟ ਦੇ ਨਾਲ ਵਧਣਗੀਆਂ, ਘਟਣਗੀਆਂ। ਜੀ, ਸੋ ਕੇਂਦਰੀ ਬਜਟ ਜੋ ਅੱਜ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ, ਡਾਕਟਰ ਬਲਵਿੰਦਰ ਸਿੰਘ ਟਿਵਾਣਾ ਹੋਰਾਂ ਦਾ ਕਹਿਣਾ ਤੇ ਉਹ ਪ੍ਰਤੱਖ ਵੀ ਹੁੰਦਾ ਬਜਟ ਦੇ, ਜੇ ਤੁਸੀਂ ਵੱਖ-ਵੱਖ ਮੱਦਾਂ ਸੁਣੋ ਉਹਨਾਂ ਨੂੰ ਵਾਚੋ ਤਾਂ ਇਹੀ ਹੁੰਦਾ ਕਿ ਆਮ ਮਨੁੱਖ, ਸਧਾਰਨ ਮਨੁੱਖ ਦੀਆਂ ਜੋ ਕਿ ਪਿਛਲੇ ਸਾਲ ਕੋਵਿਡ ਤੋਂ ਲੈ ਕੇ ਪੀੜਤ ਹੋ ਰਹੇ ਨੇ ਲਗਾਤਾਰ, ਉਹਨਾਂ ਦੀਆਂ ਮੁਸ਼ਕਲਾਂ ਬਹੁਤ ਵਧਣਗੀਆਂ। ਅਗਲੇ ਦਿਨਾਂ 'ਚ ਹੋਰ ਦੇਖਦੇ ਹਾਂ ਕਿ ਇਸ ਬਜਟ ਦੀਆਂ ਹੋਰ ਬਰੀਕੀਆਂ ਕੀ ਹਨ। ਡਾਕਟਰ ਬਲਵਿੰਦਰ ਟਿਵਾਣਾ ਜੀ, ਤੁਸੀਂ ਸਾਨੂੰ TV ਪੰਜਾਬ ਲਈ ਇੰਨਾ ਸਮਾਂ ਦਿੱਤਾ, ਤੁਹਾਡਾ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।